ਡਾਕਟਰ ਸਾਹਿਬ ਇਸ ਟ੍ਰਾਈਮੈਸਟਰ ਦੇ ਵਿੱਚ ਕੀ ਫਿਜ਼ੀਕਲ ਚੇਂਜਸ ਸਰੀਰਕ ਤੌਰ ਤੇ ਕੀ ਬਦਲਾਅ ਆਉਂਦੇ ਨੇ ਕਿਉਂਕਿ ਥਰਡ ਟ੍ਰਾਈਮੈਸਟਰ ਹੈ ਇਹਦੇ ਵਿੱਚ ਹਸਬੈਂਡ ਵਾਈਫ ਉਹਨਾਂ ਦੋਵਾਂ ਨੂੰ ਕੀ ਤਿਆਰੀ ਕਰਨੀ ਹੈ ਸਾਡੇ ਦਰਸ਼ਕ ਸਾਨੂੰ ਸੁਣ ਰਹੇ ਨੇ ਕੀ ਤਿਆਰੀ ਤੁਸੀਂ ਰეკਮੈਂਡ ਕਰਦੇ ਹੋ ਕਿ ਕਰਨੀ ਹੈ ਬਲੈਮਿਸ਼ਸ ਹੋ ਜਾਂਦੀਆਂ ਨੇ ਫੇਸ ਦੇ ਉੱਤੇ ਤੁਹਾਡੇ ਔਰ ਜਦੋਂ ਡਿਲੀਵਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਜ਼ਿਆਦਾ ਦਿਖਦੀਆਂ ਨੇ ਇਹਦਾ ਕੀ ਹੁੰਦਾ ਕਿ ਸਾਡੀ ਡਾਈਟ ਦੇ ਵਿੱਚ ਕੋਈ ਕਮੀ ਹੈ ਜਾਂ ਇਹ ਵੀ ਨੈਚੁਰਲ ਹੈ अगर तुसी अपनी स्किन ਨੂੰ ਮੋਇਸਚਰਾਈਜ਼ ਕਰਕੇ ਰੱਖੋਗੇ ਤਾਂ ਸਟ੍ਰੈਚ ਮਾਰਕਸ ਵੀ ਘੱਟ ਹੋਣਗੇ ਖਾਰਿਸ਼ ਵੀ ਘੱਟ ਹੋਏਗੀ ਆਮ ਤੌਰ ਤੇ ਸੁਣਿਆ ਕਹਿੰਦੇ ਫਿਰ ਉਹ ਕਦੇ ਜ਼ਿੰਦਗੀ ਭਰ ਨਹੀਂ ਜਾਂਦੇ ਜੇ ਤੁਹਾਡੇ ਦੇਖੋ ਸਟ੍ਰੈਚ ਮਾਰਕਸ ਵੈਸੇ ਨਹੀਂ ਜਾਂਦੇ ਸਟ੍ਰੈਚ ਮਾਰਕਸ ਬੇਬੀ ਦੇ ਸਿਗਨੇਚਰ ਹੈ ਜਿਹੜੇ ਹਮੇਸ਼ਾ ਰਹਿ ਜਾਂਦੇ ਆ ਉਹ ਲਾਈਟ ਹੋ ਜਾਂਦੇ ਆ ਪਰ ਰਹਿੰਦੇ ਆ ਮਾਰਕਸ ਆਰ ਆਲਵੇਜ਼ देयर ਜਿਹੜੀ ਚੀਜ਼ ਦਾ ਧਿਆਨ ਰੱਖਣਾ ਉਹ ਹੈ ਬਲੱਡ ਪ੍ਰੈਸ਼ਰ ਕਿਉਂਕਿ ਜਿਹੜੇ ਮਦਰਸ ਨੂੰ ਪ੍ਰੈਗਨੈਂਸੀ ਦੀ ਵਜ੍ਹਾ ਨਾਲ ਬੀਪੀ ਵੱਧ ਰਿਹਾ ਉਹਨਾਂ 'ਚ ਜਿਹੜੀ ਸੋਜਿਸ਼ ਦੀ ਪ੍ਰੋਬਲਮ ਹੈ ਹੋਰ ਵੀ ਜ਼ਿਆਦਾ ਹੁੰਦੀ ਹੈ ਯੂ ਸ਼ੁੱਡ ਨੋ ਕਿ ਵਾਟ ਆਰ ਦ ਸਾਈਨਸ ਕਿ ਕਦੋਂ ਆਪਾਂ ਹਸਪੀਟਲ ਜਾਣਾ ਹੈ 8ਵੇਂ ਮਹੀਨੇ ਤੋਂ ਬਾਅਦ ਤਾਂ ਇਹਦਾ ਰਿਸਕ ਹੀ ਹੁੰਦਾ ਹੋਣਾ ਕਿ ਕਦੋਂ ਜਾਣਾ ਹੈ ਪਤਾ ਹੀ ਨਹੀਂ ਲੱਗਦਾ ਹਾਂ ਸੋ ਵਾਰਨਿੰਗ ਸਾਈਨਸ ਕੀ ਹੈ ਕਿ ਆਪਾਂ ਕਦੋਂ ਹਸਪੀਟਲ ਜਾਈਏ ਬਹੁਤ ਵਾਰ ਮਦਰਸ ਨਾ ਫਾਲਸ ਪੇਨਸ ਨਾਲ ਆਉਂਦੇ ਆ ਸੋ ਕਿਵੇਂ ਪਤਾ ਚੱਲਦਾ ਹੈ ਕਿ ਇਹ ਫਾਲਸ ਪੇਨਸ ਹੈ ਜਾਂ ਟਰੂ ਪੇਨਸ ਹੈ ਕਈਆਂ ਨੂੰ ਨਹੀਂ ਪਤਾ ਲੱਗਦਾ ਮੰਨ ਲਓ ਪੇਨਸ ਹੋ ਰਹੀਆਂ ਨੇ ਟਾਈਮ ਤੇ ਤੁਸੀਂ ਹਸਪੀਟਲ ਨਹੀਂ ਜਾ ਪਾਏ ਤਾਂ ਕੀ ਕੁਝ ਰਿਸਕ ਫੈਕਟਰਸ ਹੁੰਦੇ ਨੇ ਦੇਖੋ ਸਭ ਤੋਂ ਵੱਡਾ ਰਿਸਕ ਤਾਂ ਇਹ ਹੈ ਕਿ ਰਸਤੇ 'ਚ ਡਿਲੀਵਰੀ ਹੋ ਜਾਏ और एक मैं थोड़ा जिहा ब्लेम अपने सोशल मीडिया नूं करदी हां जिन्हां ने चाइल्ड बर्थ के प्रोसैस नूं इन्ना वो हॉरर मूवी वांगू डरावना बनाता है कि जो भी उस चीज़ नाल बहुत ज़्यादा डर एसोसीएट करता है चाइल्ड बर्थ दे नाल संतान दे गर्भ च विकास तो लैके दुनिया च पहुंचण तक सफ़र ते ये साडा खास प्रोग्राम तुहाडे सब लई ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਬਹੁਤ ਹੀ ਖਾਸ ਹਫਤਾਵਾਰੀ ਪ੍ਰੋਗਰਾਮ ਗਰਭ ਗਿਆਨ ਦੇ ਵਿੱਚ ਮੈਂ ਹਰਸ਼ਰਨ ਕੌਰ ਤੁਹਾਡੇ ਸਭ ਦੇ ਨਾਲ ਤੇ ਇਸ ਪ੍ਰੋਗਰਾਮ ਦੇ ਖਾਸ ਮਹਿਮਾਨ ਡਾਕਟਰ ਸੀਮਾ ਸ਼ਰਮਾ ਜੋ ਕਿ ਟ੍ਰਾਈ ਸਿਟੀ ਦੇ ਮਸ਼ਹੂਰ ਗਾਇਨੀ ਡਾਕਟਰ ਹਨ ਇਸਤਰੀ ਰੋਗਾਂ ਦੇ ਮਾਹਿਰ ਡਾਕਟਰ ਹਨ ਤੇ ਕਲਾਉਡ9 ਹਸਪੀਟਲ ਹੈ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਸ 2 ਦੇ ਵਿੱਚ ਉੱਥੇ ਆਪਣੀਆਂ ਸੇਵਾਵਾਂ ਦਿੰਦੇ ਨੇ ਤੇ ਤੁਸੀਂ ਆਨਲਾਈਨ ਅਪਾਇੰਟਮੈਂਟ ਲੈ ਕੇ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਹਫਤੇ ਵਿੱਚ 6 ਦਿਨ ਉੱਥੇ ਉਹ ਬੈਠਦੇ ਨੇ ਸੋ ਲਗਾਤਾਰ ਅਸੀਂ ਗਰਭ ਗਿਆਨ ਤੇ ਕਰ ਰਹੇ ਹਾਂ ਚਰਚਾ ਅੱਜ 5ਵਾਂ ਐਪੀਸੋਡ ਹੈ ਤੇ ਅੱਜ ਦਾ ਐਪੀਸੋਡ ਬੜਾ ਅਹਿਮ ਹੈ ਗਰਭਵਤੀ ਮਹਿਲਾਵਾਂ ਦੇ ਲਈ ਸਾਡੀਆਂ ਭੈਣਾਂ ਦੇ ਲਈ ਕਿਉਂਕਿ ਅੱਜ ਅਸੀਂ ਆਖਰੀ 3 ਮਹੀਨਿਆਂ ਦੀ ਗੱਲ ਕਰਾਂਗੇ ਇਸ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਸਾਡੇ ਤੱਕ ਪਹੁੰਚਦੇ ਨੇ ਤੇ ਅਸੀਂ ਖੁਦ ਵੀ ਉਹ ਸਵਾਲ ਜਿਹੜੇ ਤਿਆਰ ਕੀਤੇ ਨੇ ਕਿ ਕੀ ਕੁਝ ਚੇਂਜਸ ਆਉਂਦੀਆਂ ਨੇ ਕੀ ਕਰਨਾ ਚਾਹੀਦਾ ਹੈ ਕਿਉਂਕਿ ਆਖਰੀ ਸਮਾਂ ਹੁੰਦਾ ਹੈ ਗਰਭ ਦਾ ਤੇ ਕਿਹੜੀਆਂ ਚੀਜ਼ਾਂ ਦਾ ਅਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੈ ਸੋ ਡਾਕਟਰ ਸੀਮਾ ਸ਼ਰਮਾ ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਸਾਹਿਬ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸੋ ਡਾਕਟਰ ਸਾਹਿਬ ਸੈਕੰਡ ਟ੍ਰਾਈਮੈਸਟਰ ਦੀ ਆਪਾਂ ਗੱਲ ਕੀਤੀ ਸੀ ਮੈਨੂੰ ਲੱਗਦਾ ਕਿ ਥਰਡ ਟ੍ਰਾਈਮੈਸਟਰ ਦੇ ਵਿੱਚ ਹੋਰ ਵੀ ਜ਼ਿਆਦਾ ਸਵਾਲ ਆ ਗਏ ਨੇ ਆਪਣੇ ਕੋਲ ਤੇ ਉਹੀ ਸਵਾਲ ਉਹੀ ਨੇ ਫਿਜ਼ੀਕਲ ਚੇਂਜਸ ਕੀ ਹੁੰਦੀਆਂ ਨੇ ਇਮੋਸ਼ਨਲ ਕੀ ਹੁੰਦੀਆਂ ਨੇ ਤੇ ਸਭ ਤੋਂ ਪਹਿਲਾਂ ਮੈਂ ਇਹ ਪੁੱਛੂੰਗੀ ਕਿ ਜਿਹੜੇ ਤਿੰਨੇ ਟ੍ਰਾਈਮੈਸਟਰ ਨੇ 3 ਮਹੀਨੇ ਵੰਡ ਕੇ ਨੇ ਜਿਹੜੇ ਇਹਨਾਂ ਚੋਂ ਸਭ ਤੋਂ ਔਖਾ ਕਿਹੜਾ ਤੁਸੀਂ ਮੰਨਦੇ ਹੋ ਦੇਖੋ ਫਸਟ ਜ਼ਿਆਦਾ ਔਖਾ ਹੈ ਫਸਟ ਔਖਾ ਹੈ ਕਿਉਂਕਿ ਮਦਰ ਪ੍ਰੀਪੇਅਰਡ ਨਹੀਂ ਹੁੰਦੀ ਜੀ ਹੈ ਨਾ ਔਰ ਜਿੰਨਾ ਮਰਜ਼ੀ ਬੁੱਕਸ ਪੜ੍ਹ ਲੈਣ ਪਰ ਜਿਹੜੀ ਇੱਕ ਚੀਜ਼ ਹੋ ਰਹੀ ਹੁੰਦੀ ਉਹ ਇਸ ਨਾਲ ਬੜੇ ਪਰੇਸ਼ਾਨ ਹੁੰਦੇ ਮੈਂ ਕੀ ਹੋ ਰਿਹਾ ਇਹ ਨਾਰਮਲ ਹੈ ਕਿ ਨਹੀਂ ਹੋਣਾ ਚਾਹੀਦਾ ਹੈ ਕਿ ਨਹੀਂ ਥਰਡ ਟ੍ਰਾਈਮੈਸਟਰ ਅਗੇਨ ਟੁਵਰਡਸ ਦੀ ਐਂਡ ਔਖਾ ਹੈ ਔਖਾ ਹੈ ਕਿਉਂਕਿ ਉਸ ਸਮੇਂ ਫਿਰ ਉਹ ਐਗਜ਼ਾਮ ਦੀ ਘੜੀ ਨੇੜੇ ਆ ਜਾਂਦੀ ਹੈ ਸੋ ਹਰ ਮਦਰ ਬਹੁਤ ਐਂਗਸ਼ੀਅਸ ਹੋ ਜਾਂਦੀ ਹੈ ਕਿ ਹੁਣ ਕੀ ਹੋਵੇਗਾ ਔਰ ਇੱਕ ਮੈਂ ਥੋੜਾ ਜਿਹਾ ਬਲੇਮ ਆਪਣੇ ਸੋਸ਼ਲ ਮੀਡੀਆ ਨੂੰ ਕਰਦੀ ਹਾਂ ਜਿਨ੍ਹਾਂ ਨੇ ਚਾਈਲਡ ਬਰਥ ਦੇ ਪ੍ਰੋਸੈਸ ਨੂੰ ਇੰਨਾ ਉਹ ਹੌਰਰ ਮੂਵੀ ਵਾਂਗੂ ਡਰਾਵਨਾ ਬਣਾਤਾ ਹੈ ਕਿ ਜੋ ਵੀ ਉਸ ਚੀਜ਼ ਨਾਲ ਬਹੁਤ ਜ਼ਿਆਦਾ ਡਰ ਐਸੋਸੀਏਟ ਕਰਦਾ ਹੈ ਚਾਈਲਡ ਬਰਥ ਦੇ ਪਹਿਲਾਂ ਹੀ ਐਂਗਜ਼ਾਇਟੀ ਹੋਣ ਲੱਗ ਜਾਂਦੀ ਹੈ ਬੀਬੀਆਂ ਨੂੰ ਵੀ ਪਤਾ ਨਹੀਂ ਕੀ ਹੋਏਗਾ ਸੋ ਡਾਕਟਰ ਸਾਹਿਬ ਇਸ ਟ੍ਰਾਈਮੈਸਟਰ ਦੇ ਵਿੱਚ ਕੀ ਫਿਜ਼ੀਕਲ ਚੇਂਜਸ ਸਰੀਰਕ ਤੌਰ ਤੇ ਕੀ ਬਦਲਾਅ ਆਉਂਦੇ ਨੇ ਸੈਕੰਡ ਜਿਹੜਾ ਤੁਸੀਂ ਦੱਸਿਆ ਸੀ ਉਹ ਸੁਣ ਕੇ ਬੜਾ ਚੰਗਾ ਲੱਗਿਆ ਬੜਾ ਵਧੀਆ ਹੁੰਦਾ ਉਹ ਤੇ ਥਰਡ ਦੇ ਵਿੱਚ ਕੀ ਕੁਝ ਹੁੰਦਾ ਫਿਰ ਦੇਖੋ ਥਰਡ ਚ ਸੇਮ ਫਿਜ਼ੀਕਲ ਚੇਂਜਸ ਜਿਹੜੀਆਂ ਥਰੂ ਆਊਟ ਚੱਲ ਰਹੀਆਂ ਉਹ ਹੋਰ ਐਗਜ਼ੈਜਰੇਟ ਹੋ ਜਾਂਦੀਆਂ ਹੈ ਨਾ ਜਿਵੇਂ ਆਪਾਂ ਕਹਿੰਦੇ ਕਿ 8th 9th ਮੰਥ ਵਿੱਚ ਜਿਹੜਾ ਬੇਬੀ ਬੰਪ ਹੈ ਉਹ ਹੋਰ ਵੱਡਾ ਹੋ ਜਾਂਦਾ ਹੈ ਕਿਉਂਕਿ ਬੇਬੀ ਗਰੋ ਕਰ ਰਿਹਾ ਹੁਣ ਸਪੈਸ਼ਲੀ ਕੋਈ ਮਦਰ ਅਗਰ ਟਵਿਨਸ ਕੈਰੀ ਕਰ ਰਹੇ ਹੈ ਜਾਂ ਜਿਨ੍ਹਾਂ ਦੇ ਬਿਗ ਬੇਬੀਜ਼ ਹੈ ਜਾਂ ਲੈਟਸ ਸੇ ਕਿ ਜਿਵੇਂ ਆਪਾਂ ਟਵਿਨਸ ਦੀ ਗੱਲ ਕੀਤੀ ਹੈ ਜਾਂ ਜਿਹੜੇ ਮਦਰਸ ਦੀ ਹਾਈਟ ਥੋੜੀ ਜਿਹੀ ਸ਼ਾਰਟ ਹੈ ਉਹ ਬਹੁਤ ਅਨਕੰਫਰਟੇਬਲ ਹੋਣ ਲੱਗਦੇ ਹੈ ਕਿਉਂਕਿ ਅਗਰ 3.25 kg ਦਾ ਬੇਬੀ ਹੈ ਤੇ 9ਵੇਂ ਮਹੀਨੇ 'ਚ ਮਦਰ ਨੂੰ ਉੱਠਣਾ ਬੈਠਣਾ ਚੱਲਣਾ ਸਭ ਕੁਝ ਥੋੜਾ ਡਿਫਿਕਲਟ ਹੋ ਜਾਂਦਾ ਹੈ ਐਂਡ ਸੇਮ ਵੇ
ਹੋਏ ਬ੍ਰੈਥਲੈਸਨੈਸ ਜਿਹੜੀ ਹੈ ਉਹ ਹੋਰ ਜ਼ਿਆਦਾ ਹੋਣ ਲੱਗ ਜਾਂਦੀ ਹੈ, ਉਹਨਾਂ ਦੀ ਬੈਕ ਏਕ ਦੀ ਪ੍ਰੋਬਲਮ ਥੋੜੀ ਜਿਹੀ ਵਰਸ ਹੁੰਦੀ ਹੈ। ਜਿਹੜੇ ਲੋਕ ਸ਼ੁਰੂ ਤੋਂ ਐਕਸਰਸਾਈਜ਼ ਕਰ ਰਹੇ ਆ ਉਹ ਕੰਫਰਟੇਬਲ ਹੈ, ਪਰ ਜਿਹੜੇ ਨਹੀਂ ਕਰ ਰਹੇ ਉਹਨਾਂ ਦੀ ਬੈਕ 'ਚ ਅਸੀਂ ਲੋਡੋਸਿਸ ਕਹਿੰਦੇ ਆ ਕਿ ਉਹਨਾਂ ਦੀ ਸਪਾਈਨ ਦੀ ਸ਼ੇਪ ਹੀ ਥੋੜੀ ਚੇਂਜ ਹੋ ਜਾਂਦੀ, ਕਿਉਂਕਿ ਬੇਬੀ ਬੰਪ ਅੱਗੇ ਤਾਂ ਸਪਾਈਨ ਵੀ ਥੋੜੀ ਜਿਹੀ ਜ਼ਿਆਦਾ ਹੀ ਕਨਵੈਕਸ ਹੋ ਰਹੀ ਹੈ। ਉਹਦੀ ਵਜ੍ਹਾ ਨਾਲ ਮਦਰਸ ਨੂੰ ਲੋਅਰ ਬੈਕ ਏਕ ਮੁਸ਼ਕਿਲ ਹੈ, ਉਹਨਾਂ ਨੂੰ ਤੇਜ਼ ਚੱਲਣ 'ਚ ਬੜੀ ਰਿਸਟ੍ਰਿਕਸ਼ਨ ਹੋ ਜਾਂਦੀ ਹੈ। ਈਵਨ ਲਾਈਂਗ ਡਾਊਨ ਬਹੁਤ ਮਦਰਸ ਆਉਂਦੇ ਕਿ ਮੈਮ ਹੁਣ ਤਾਂ ਸਿੱਧਾ ਲੇਟ ਹੀ ਨਹੀਂ ਪਾਉਂਦੇ, ਕਿਉਂਕਿ ਸਿੱਧਾ ਲੇਟਦੇ ਆ ਤਾਂ ਫਿਰ ਸਾਹ ਲੈਣ 'ਚ ਪ੍ਰੋਬਲਮ ਆਉਣ ਲੱਗ ਜਾਂਦੀ ਹੈ। ਸੋ ਇਸ ਕਰਕੇ ਉਹਨਾਂ ਨੂੰ ਐਡਵਾਈਸ ਕੀਤਾ ਜਾਂਦਾ ਹੈ ਕਿ ਤੁਸੀਂ ਸਾਈਡ ਤੇ ਲੇਟੋ, ਥੋੜਾ ਜਿਹਾ ਆਪਣਾ ਜਿਹੜਾ ਸਰਹਾਨਾ ਹੈ ਉਹ ਮੋਟਾ ਰੱਖੋ ਔਰ ਇੱਕਦਮ ਖਾਣਾ ਖਾਣ ਤੋਂ ਬਾਅਦ ਨਾ ਲੇਟੋ। ਸੋ ਇਹ ਵਾਲੀਆਂ ਜਿਹੜੀਆਂ ਫਿਜ਼ੀਕਲ ਚੇਂਜਸ ਹੈ ਇਹ 3rd ਟ੍ਰਾਈਮੈਸਟਰ ਵਿੱਚ ਜ਼ਿਆਦਾ ਪਰੇਸ਼ਾਨ ਕਰਦੀਆਂ। ਸੋ ਮਦਰਸ ਦੇ ਪੈਰਾਂ ਵਿੱਚ ਜਿਹੜੀ ਸਵੈਲਿੰਗ ਹੈ, ਜਿਹਨੂੰ ਅਸੀਂ ਈਡੀਮਾ ਕਹਿੰਦੇ ਆ ਜਾਂ ਸੋਜਿਸ਼ ਕਹਿੰਦੇ ਆ, ਉਹ 3rd ਟ੍ਰਾਈਮੈਸਟਰ ਵਿੱਚ ਹੋਰ ਜ਼ਿਆਦਾ ਹੋ ਜਾਂਦੀ ਹੈ। ਸਪੈਸ਼ਲੀ ਵਰਕਿੰਗ ਮਦਰਸ ਦੇ ਤੁਸੀਂ ਦੇਖੋਗੇ ਕਈ ਵਾਰ ਪੈਰ ਇੰਨੇ ਮੋਟੇ ਹੋਏ ਹੁੰਦੇ ਆ। ਸੋ ਉਹਦੇ ਵਾਸਤੇ ਸਲਾਹ ਇਹ ਹੁੰਦੀ ਹੈ ਕਿ ਵੀ ਤੁਸੀਂ ਇੱਕ ਫੁੱਟ ਸਟੂਲ ਰੱਖੋ ਤਾਂ ਕਿ ਤੁਹਾਡਾ ਪੈਰ ਹਰ ਸਮੇਂ ਡਿਪੈਂਡੈਂਟ ਨਾ ਰਹੇ। ਜੇ ਟਾਈਮ ਮਿਲਦਾ ਹੈ ਤਾਂ ਲੈਗਸ ਆਪਣੀਆਂ ਉੱਪਰ ਰੱਖ ਲਓ, ਸੌਣ ਲੱਗਿਆਂ ਪੈਰਾਂ ਦੇ ਨੀਚੇ ਸਰਾਣਾ ਰੱਖੋ ਤਾਂ ਕਿ ਤੁਹਾਡੀ ਸਵੈਲਿੰਗ ਸਵੇਰੇ ਤੱਕ ਘਟ ਜਾਏ। ਪਰ ਸਵੈਲਿੰਗ ਦੇ ਨਾਲ ਨਾਲ ਇੱਕ ਹੋਰ ਚੀਜ਼ ਹੈ ਜਿਹੜੀ 3rd ਟ੍ਰਾਈਮੈਸਟਰ ਵਿੱਚ ਪੇਸ਼ੈਂਟਸ ਅਕਸਰ ਮਹਿਸੂਸ ਕਰਦੇ ਆ, ਹੱਥਾਂ ਦੀ ਸੋਜਿਸ਼, ਔਰ ਕਈ ਵਾਰ ਉਹਨਾਂ ਨੂੰ ਲੱਗਦਾ ਉਹਨਾਂ ਦੇ ਹੱਥ ਸੁੰਨ ਹੋ ਜਾਂਦੇ। ਸੋ ਇਹ ਸਾਰੀਆਂ ਚੇਂਜਸ ਨਾਰਮਲ ਹੈ, ਕਿਉਂਕਿ ਪ੍ਰੈਗਨੈਂਸੀ ਹਾਰਮੋਨਸ ਕਰਕੇ ਵਾਟਰ ਰਿਟੈਂਸ਼ਨ ਹੁੰਦੀ ਹੈ। ਇੱਕ ਪ੍ਰੋਬਲਮ ਹੈ ਜਿਹਨੂੰ ਕਹਿੰਦੇ ਆ ਕਾਰਪਲ ਟਨਲ, ਜਿਹਦੇ ਚ ਕੀ ਹੁੰਦਾ ਹੈ ਕਿ ਮਦਰ ਕਹਿੰਦੇ ਮੈਂ ਗਲਾਸ ਨਹੀਂ ਫੜ ਸਕਦੀ ਕਿਉਂਕਿ ਮੇਰਾ ਹੱਥ ਸੁੰਨ ਹੋ ਜਾਂਦਾ। ਹੁਣ ਪਕੜ ਨਹੀਂ ਬਣਦੀ। ਸੋ ਇਹ ਗੁੱਡ ਪੁਆਇੰਟ ਇਹ ਹੈ ਕਿ ਇਹ ਸਾਰੀਆਂ ਡਿਲੀਵਰੀ ਤੋਂ ਬਾਅਦ ਚੇਂਜਸ ਰਿਵਰਟ ਹੋ ਜਾਣਗੀਆਂ, ਤੁਹਾਨੂੰ ਕੋਈ ਇਲਾਜ ਨਹੀਂ ਕਰਾਉਣਾ ਪਏਗਾ, ਆਪਣੇ ਆਪ ਹੀ ਇਹ ਜਿਹੜਾ ਹੱਥ ਸੁੰਨ ਹੋ ਰਿਹਾ ਸੀ ਇਹ ਠੀਕ ਹੋ ਜਾਏਗਾ। ਸੋ ਦੂਸਰੀ ਚੀਜ਼, ਜੇ ਸੋਜਿਸ਼ ਬਹੁਤ ਜ਼ਿਆਦਾ ਹੈ, ਸਪੋਜ਼ ਫੇਸ ਤੇ ਆ ਰਹੀ ਹੈ, ਜਨਰਲਾਈਜ਼ ਬੋਡੀ ਤੇ ਆ ਰਹੀ ਹੈ, ਤਾਂ ਜਿਹੜੀ ਚੀਜ਼ ਦਾ ਧਿਆਨ ਰੱਖਣਾ ਉਹ ਹੈ ਬਲੱਡ ਪ੍ਰੈਸ਼ਰ। ਕਿਉਂਕਿ ਜਿਹੜੇ ਮਦਰਸ ਨੂੰ ਪ੍ਰੈਗਨੈਂਸੀ ਇੰਡਿਊਸਡ ਹਾਈ ਬੀਪੀ ਹੁੰਦਾ ਹੈ, ਮਤਲਬ ਪ੍ਰੈਗਨੈਂਸੀ ਦੀ ਵਜ੍ਹਾ ਨਾਲ ਬੀਪੀ ਵੱਧ ਰਿਹਾ ਹੈ, ਉਹਨਾਂ 'ਚ ਜਿਹੜੀ ਸੋਜਿਸ਼ ਦੀ ਪ੍ਰੋਬਲਮ ਹੈ ਹੋਰ ਵੀ ਜ਼ਿਆਦਾ ਹੁੰਦੀ ਹੈ। ਸੋ ਮਤਲਬ ਬੀਪੀ ਲਗਾਤਾਰ ਚੈੱਕ ਕਰਦੇ ਰਹਿਣਾ ਚਾਹੀਦਾ। ਹਾਂਜੀ। ਦੈਨ ਨੈਕਸਟ ਚੇਂਜ ਆਉਂਦੀ ਹੈ ਕਿ ਯੂਰੀਨੇਸ਼ਨ ਦੀ ਫ੍ਰੀਕੁਐਂਸੀ, ਕਿਉਂਕਿ ਜਦੋਂ ਬੇਬੀ ਵੱਡਾ ਹੋ ਜਾਂਦਾ ਹੈ, ਜਿਵੇਂ ਤੁਸੀਂ ਪੋਜੀਸ਼ਨ ਦੀ ਗੱਲ ਕਰ ਰਹੇ ਸੀਗੇ, ਹੁਣ 9ਵੇਂ ਮਹੀਨੇ 'ਚ ਬੱਚਾ ਆਪਣੀ ਫਾਈਨਲ ਪੋਜੀਸ਼ਨ ਲੈਂਦਾ ਹੈ ਐਂਡ ਮੋਰ ਦੈਨ 90% ਬੱਚੇ ਹੈਡ ਡਾਊਨ ਪੋਜੀਸ਼ਨ 'ਚ ਹੁੰਦੇ, ਜਿਹੜੇ ਕਿ ਨਾਰਮਲ ਕਿਹਾ ਜਾਂਦਾ ਹੈ। ਹੁਣ ਜਿਹੜਾ ਵੀ ਪ੍ਰੈਜ਼ੈਂਟਿੰਗ ਪਾਰਟ ਹੈ, ਜੇ ਉਹ ਹੈਡ ਹੈ, ਉਹ ਯੂਰੀਨਰੀ ਬਲੈਡਰ ਤੇ ਪ੍ਰੈਸ਼ਰ ਪਾਉਂਦਾ ਹੈ ਔਰ ਮਦਰਸ ਨੂੰ ਲੱਗਦਾ ਹੈ ਕਿ ਅਸੀਂ ਬਾਰ-ਬਾਰ ਯੂਰਿਨ ਦੀ ਅਰਜ ਹੋ ਰਹੀ ਹੈ। ਉਹਨਾਂ ਨੂੰ ਥੋੜਾ ਯੂਰਿਨ ਆਉਂਦਾ, ਪਰ ਹਰ ਘੰਟੇ ਬਾਅਦ ਉਹਨਾਂ ਨੂੰ ਵਾਸ਼ਰੂਮ ਜਾਣਾ ਪੈਂਦਾ ਹੈ। ਸੋ ਇਹ ਯੂਰਿਨ ਦੀ ਫ੍ਰੀਕੁਐਂਸੀ, ਬੈਕ ਏਕ, ਇਡੀਮਾ, ਇਹ ਸਾਰੀਆਂ ਚੇਂਜਸ। ਔਰ ਇੱਕ ਕੰਡੀਸ਼ਨ ਹੈ ਜਿਹਨੂੰ ਕਹਿੰਦੇ ਵੈਰੀਕੋਜ਼ ਵੇਨਸ। ਉਹ ਕੀ ਚੀਜ਼ ਹੈ? ਉਹਦੇ 'ਚ ਕੁਝ ਮਦਰਸ 'ਚ ਲੱਤਾਂ 'ਚ ਜਿਹੜੀਆਂ ਆਪਣੀ ਖੂਨ ਦੀ ਨਸਾਂ ਹੈ ਨਾ, ਉਹ ਪ੍ਰੋਮੀਨੈਂਟ ਹੋ ਜਾਂਦੀਆਂ, ਉਹ ਬਹੁਤ ਇਸ ਤਰ੍ਹਾਂ ਲਾਈਨਾਂ ਵਾਂਗੂ ਦਿਖਦੀਆਂ ਜਾਂ ਸਵੈਲਿੰਗ ਹੋ ਜਾਂਦੀ। ਉਹ ਵੈਰੀਕੋਜ਼ ਵੇਨਸ ਵੀ ਪ੍ਰੈਗਨੈਂਸੀ ਰਿਲੇਟਡ ਹੀ ਕੰਡੀਸ਼ਨ ਹੈ, ਜਿਹਦੇ 'ਚ ਕਿਉਂਕਿ ਯੂਟਰਸ ਤੇ ਬੈਕ ਪ੍ਰੈਸ਼ਰ ਕਰਕੇ ਵੇਨਸ ਜਿਹੜੀਆਂ ਹੈ ਉਹ ਐਨਗੋਜਡ, ਮਤਲਬ ਸਵੋਲਨ ਹੋ ਜਾਂਦੀਆਂ। ਹੁਣ ਇਹ ਸਾਰੀਆਂ ਕੰਡੀਸ਼ਨਸ ਡਿਲੀਵਰੀ ਤੋਂ ਬਾਅਦ ਰਿਵਰਸ ਹੋ ਜਾਣਗੀਆਂ। ਇਹ ਗੁੱਡ ਹੈ, ਮਤਲਬ ਕੋਈ ਚਿੰਤਾ ਦੀ ਲੋੜ ਨਹੀਂ ਹੈ, ਇਹ ਨਾਰਮਲ ਹੈ, ਨੈਚੁਰਲ ਹੈ। ਬਿਲਕੁਲ। ਇੱਕ ਬੜੀ ਕਾਮਨ ਪ੍ਰੋਬਲਮ ਹੈ ਜਿਹਨੂੰ ਸਟ੍ਰੈਚ ਮਾਰਕਸ ਕਿਹਾ ਜਾਂਦਾ ਹੈ। ਬਿਲਕੁਲ, ਮੈਂ ਪੁੱਛਣਾ ਸੀ, ਸਵਾਲ ਵੀ ਸਾਡੇ ਦਰਸ਼ਕਾਂ ਦੇ ਆਏ ਨੇ ਕਿ ਉਹ ਕਿਉਂ ਹੁੰਦੇ ਨੇ। ਸੋ ਲੋਟ ਆਫ ਚੇਂਜਸ ਹੈਪਨ ਇਨ ਦ ਸਕਿਨ, ਮਤਲਬ ਪ੍ਰੈਗਨੈਂਸੀ ਵਿੱਚ ਇੱਕ ਪ੍ਰੈਗਨੈਂਟ ਮਦਰ ਦੀ ਸਕਿਨ ਵਿੱਚ ਬਹੁਤ ਚੇਂਜਸ ਆਉਂਦੀਆਂ ਅਗੇਨ, ਕਿਉਂਕਿ ਹਾਰਮੋਨਸ ਕਰਕੇ ਹੈ। ਇੱਕ ਚੇਂਜ ਹੈ ਪਿਗਮੈਂਟੇਸ਼ਨ, ਜਿਹਦੇ ਵਿੱਚ ਮਦਰਸ ਨੂੰ ਲੱਗਦਾ ਕਿ ਸਾਡਾ ਤਾਂ ਕੰਪਲੈਕਸ਼ਨ ਹੀ ਬੜਾ ਡਾਰਕ ਹੋ ਗਿਆ, ਸਪੈਸ਼ਲੀ ਨੈਕ ਏਰੀਆ, ਆਰਮ ਪਿਟਸ, ਥਾਈਜ਼, ਉਹ ਸਾਰੀਆਂ ਡਾਰਕ ਹੋ ਜਾਂਦੀਆਂ। ਪਰ ਅਗੇਨ ਇਹ ਡਿਲੀਵਰੀ ਤੋਂ ਬਾਅਦ ਠੀਕ ਹੋ ਜਾਏਗਾ, ਕਿਉਂਕਿ देयर इज अ ਹਾਰਮੋਨ ਜਿਹਨੂੰ ਆਪਾਂ ਕਹਿੰਦੇ ਆ ਮੈਲਾਨੋਸਾਈਟ ਸਟਿਮੂਲੇਟਿੰਗ ਹਾਰਮੋਨ। ਇਹ ਪਿਗਮੈਂਟੇਸ਼ਨ ਕਾਜ਼ ਕਰਦਾ ਹੈ, ਇਹ ਪ੍ਰੈਗਨੈਂਸੀ ਵਿੱਚ ਵੱਧ ਜਾਂਦਾ ਹੈ, ਬਟ 1.25 ਮਹੀਨੇ ਤੋਂ ਬਾਅਦ ਅਕਸਰ ਮਦਰਸ ਦਾ ਕੰਪਲੈਕਸ਼ਨ ਵਾਪਸ ਆਪਣਾ ਓਰੀਜਨਲ ਆ ਜਾਂਦਾ ਹੈ। ਸੋ ਐਜ਼ ਅ ਰਿਜ਼ਲਟ ਆਫ ਦੈਟ, ਈਵਨ ਐਬਡੋਮਨ ਤੇ, ਤੁਹਾਡੇ ਬੈਲੀ ਤੇ ਜਿਹੜੀਆਂ ਲਾਈਨਸ ਬਣ ਜਾਂਦੀਆਂ, ਕਿਉਂਕਿ ਸਕਿਨ ਸਟ੍ਰੈਚ ਹੋ ਰਹੀ ਹੈ, ਬੇਬੀ ਗਰੋ ਕਰ ਰਿਹਾ ਹੈ, ਸਕਿਨ ਸਟ੍ਰੈਚ ਹੋ ਰਹੀ ਹੈ। ਹੁਣ ਜਗ੍ਹਾ ਕਿਵੇਂ ਬਣੇਗੀ? ਉਹ ਸਕਿਨ ਜਦੋਂ ਸਟ੍ਰੈਚ ਹੋਏਗੀ ਤਾਂ ਸਟ੍ਰੈਚ ਮਾਰਕਸ ਆ ਜਾਣਗੇ। ਉਹ ਸਟ੍ਰੈਚ ਮਾਰਕਸ ਕਈ ਵਾਰੀ ਜਿਹੜੇ ਹੈ ਬਹੁਤ ਖਾਰਿਸ਼ ਵੀ ਕਰਦੇ ਹੈ। ਸੋ ਜਿਹੜੇ ਸਟ੍ਰੈਚ ਮਾਰਕਸ ਹੈ ਉਸ ਤੇ ਜੇ ਖਾਰਿਸ਼ ਹੋ ਰਹੀ ਹੈ ਤਾਂ ਉਹਦੇ ਲਈ ਸਲਾਹ ਇਹ ਹੈ ਕਿ ਤੁਸੀਂ ਉਹਨੂੰ ਸਕਿਨ ਨੂੰ ਅੱਛੀ ਤਰ੍ਹਾਂ ਮੋਇਸਚਰਾਈਜ਼ ਕਰੋ, ਚਾਹੇ ਉਹ ਕੋਕੋਨਟ ਆਇਲ ਨਾਲ ਕਰੋ, ਚਾਹੇ ਮੋਇਸਚਰਾਈਜ਼ਰ ਨਾਲ ਕਰੋ, ਬੋਡੀ ਬਟਰ ਨਾਲ ਕਰੋ। ਜਿੰਨੀ ਸਕਿਨ ਮੋਇਸਚਰਾਈਜ਼ ਰਹੇਗੀ, ਕਿਉਂਕਿ ਪ੍ਰੈਗਨੈਂਸੀ ਵਿੱਚ ਡਰਾਈਨੈਸ ਅਕਸਰ ਹੁੰਦੀ ਹੈ ਔਰ ਉਸ ਡਰਾਈਨੈਸ ਦੀ ਵਜ੍ਹਾ ਨਾਲ ਤੁਹਾਨੂੰ ਖਾਰਿਸ਼ ਹੁੰਦੀ ਹੈ, ਹਰ ਜਗ੍ਹਾ ਹੁੰਦੀ ਰਹਿੰਦੀ ਹੈ। ਸੋ ਅਗਰ ਤੁਸੀਂ ਆਪਣੀ ਸਕਿਨ ਨੂੰ ਮੋਇਸਚਰਾਈਜ਼ ਕਰਕੇ ਰੱਖੋਗੇ ਤਾਂ ਸਟ੍ਰੈਚ ਮਾਰਕਸ ਵੀ ਘੱਟ ਹੋਣਗੇ, ਖਾਰਿਸ਼ ਵੀ ਘੱਟ ਹੋਏਗੀ। ਔਰ ਜੇ ਖਾਰਿਸ਼ ਕਰੋਗੇ ਡਾਕਟਰ ਸਾਹਿਬ, ਫਿਰ ਸਟ੍ਰੈਚ ਮਾਰਕਸ ਜ਼ਿਆਦਾ ਹੁੰਦੇ ਨੇ, ਆਮ ਤੌਰ ਤੇ ਸੁਣਿਆ ਕਹਿੰਦੇ ਫਿਰ ਉਹ ਕਦੇ ਜ਼ਿੰਦਗੀ ਭਰ ਨਹੀਂ ਜਾਂਦੇ। ਜੇ ਤੁਹਾਡੇ ਦੇਖੋ ਸਟ੍ਰੈਚ ਮਾਰਕਸ ਵੈਸੇ
ਨਹੀਂ ਜਾਂਦੇ। ਸਟ੍ਰੈਚ ਮਾਰਕਸ ਬੇਬੀ ਦੇ ਸਿਗਨੇਚਰ ਹੈ ਜਿਹੜੇ ਹਮੇਸ਼ਾ ਰਹਿ ਜਾਂਦੇ ਆ, ਉਹ ਲਾਈਟ ਹੋ ਜਾਂਦੇ ਆ ਪਰ ਰਹਿੰਦੇ ਆ, ਮਾਰਕਸ ਆਰ ਆਲਵੇਜ਼ देयर। ਐਂਡ ਅਨਦਰ ਥਿੰਗ ਇਜ਼, ਇੱਕ ਚੀਜ਼ ਹੈ ਜਿਹਨੂੰ ਕਹਿੰਦੇ ਆ ਸਟ੍ਰਾਇਆ। ਸਟ੍ਰਾਇਆ ਕੀ ਹੈ ਕਿ ਕਈ ਵਾਰ ਤੁਸੀਂ ਦੇਖੋਗੇ ਬੈਲੀ ਬਟਨ ਤੋਂ ਲੈ ਕੇ ਨੀਚੇ ਤੱਕ ਇੱਕ ਸੈਂਟਰ 'ਚ ਡਾਰਕ ਲਾਈਨ ਆ ਜਾਂਦੀ ਹੈ, ਉਹ ਵੀ ਪ੍ਰੈਗਨੈਂਸੀ ਦਾ ਹੀ ਮਾਰਕ ਹੈ। ਸੋ ਸਕਿਨ 'ਚ ਕਾਫੀ ਸਾਰੀ ਚੇਂजेस ਜਿਹੜੀਆਂ ਉਹ ਪ੍ਰੈਗਨੈਂਸੀ ਰਿਲੇਟਡ ਐਂਡ ਮੋਸਟ ਆਫ them they go back after the mother delivers। ਜੀ ਡਾਕਟਰ ਸਾਹਿਬ, ਇੱਕ ਡਾਕਟਰ ਸਾਹਿਬ ਹੋਰ ਸਵਾਲ ਆਇਆ ਹੋਇਆ ਕਿ ਬਲੈਮਿਸ਼ਸ ਹੋ ਜਾਂਦੀਆਂ ਨੇ ਫੇਸ ਦੇ ਉੱਤੇ ਤੁਹਾਡੇ, ਔਰ ਜਦੋਂ ਡਿਲੀਵਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਜ਼ਿਆਦਾ ਦਿਖਦੀਆਂ ਨੇ, ਇਹਦਾ ਕੀ ਹੁੰਦਾ ਕਿ ਸਾਡੀ ਡਾਈਟ ਦੇ ਵਿੱਚ ਕੋਈ ਕਮੀ ਹੈ ਜਾਂ ਇਹ ਵੀ ਨੈਚੁਰਲ ਹੈ? ਦੇਖੋ ਦੋਨੋਂ ਤਰ੍ਹਾਂ ਹੈ। ਜਿਹੜੇ ਮਦਰਸ ਅਨੀਮਿਕ ਹੈ ਉਹਨਾਂ 'ਚ ਇਹ ਜਿਹੜਾ ਮਲਾਜ਼ਮਾ ਕਹਿੰਦੇ ਆ ਜਾਂ ਬਲੈਮਿਸ਼ਸ ਕਹਿੰਦੇ ਆ ਜ਼ਿਆਦਾ ਡਾਰਕ ਹੁੰਦੇ ਆ ਜੀ ਅਕਸਰ। ਔਰ ਅਗਰ ਤੁਸੀਂ ਆਇਰਨ ਸਪਲੀਮੈਂਟ ਕਰਦੇ ਹੋ ਬੈਟਰ ਹੁੰਦਾ ਹੈ। ਅਗਰ ਤੁਸੀਂ ਆਪਣੀ ਡਾਈਟ ਔਰ ਸਪਲੀਮੈਂਟਸ ਲੈ ਰਹੇ ਹੋ ਤੁਹਾਨੂੰ ਘੱਟ ਪ੍ਰੋਬਲਮ ਆਏਗੀ, ਪਰ ਹਲਕੀ ਫੁਲਕੀ ਆਂਦੀ ਹੈ, ਪਰ ਉਹ ਯੂਜੂਅਲੀ ਡਿਲੀਵਰੀ ਤੋਂ ਬਾਅਦ ਠੀਕ ਵੀ ਹੋ ਜਾਂਦੇ ਆ। ਜੀ ਜੀ ਡਾਕਟਰ ਸਾਹਿਬ, ਸੋ ਇਹ ਤਾਂ ਸਾਰੇ ਫਿਜ਼ੀਕਲ ਚੇਂजेस ਹੋ ਗਈਆਂ। ਡਾਕਟਰ ਸਾਹਿਬ, ਇਮੋਸ਼ਨਲੀ ਕੀ ਕੁਝ ਚੇਂਜ ਹੁੰਦਾ ਹੈ ਮਦਰ ਦੇ ਵਿੱਚ, ਕਿਉਂਕਿ ਫਿਰ ਇੱਕ ਟਾਈਮ ਹੈ ਜਿਹੜਾ ਉਹ ਨੇੜੇ ਆ ਰਿਹਾ, ਕੀ ਕੁਝ ਤੁਹਾਨੂੰ ਲੱਗਦਾ ਬਦਲਾਅ ਆਉਂਦੇ ਨੇ ਤੁਹਾਡੇ ਕੋਲ? ਸਾਰੇ ਆਉਂਦੇ ਨੇ, ਕਿੱਦਾਂ ਦੇ ਬਦਲਾਅ ਲੈ ਕੇ ਆਉਂਦੇ ਨੇ? ਦੇਖੋ ਇਮੋਸ਼ਨਲੀ ਮਿਕਸਡ ਰਿਐਕਸ਼ਨ ਹੈ। ਇੱਕ ਤਾਂ ਐਕਸਾਈਟਮੈਂਟ ਹੈ ਕਿ ਇੱਕ ਨਵਾਂ ਪ੍ਰਾਣੀ ਤੁਹਾਡੀ ਲਾਈਫ 'ਚ ਆ ਰਿਹਾ ਹੈ ਨਾ, ਨਿਊ ਬੇਬੀ ਆ ਰਿਹਾ ਹੈ, ਤੁਸੀਂ 9 ਮਹੀਨੇ ਤੋਂ ਵੇਟ ਕਰ ਰਹੇ ਹੋ ਔਰ ਇੱਕ ਨया ਪਰਸਨ ਤੁਹਾਡੀ ਲਾਈਫ 'ਚ ਐਂਟਰ ਕਰ ਰਿਹਾ ਤੁਹਾਡੀ ਜਰਨੀ 'ਚ, ਸੋ ਐਕਸਾਈਟਮੈਂਟ ਹੁੰਦੀ ਹੈ। ਪਰ ਔਨ ਦ ਸੇਮ ਹੈਂਡ ਸਪੈਸ਼ਲੀ ਬਾਕੀ ਫੈਮਿਲੀ ਮੈਂਬਰ ਤਾਂ ਬਹੁਤ ਐਕਸਾਈਟਿਡ ਔਰ ਹੈਪੀ ਹੁੰਦੇ, ਲੇਕਿਨ ਜਿਹੜੀ ਮਦਰ ਹਰਸੈਲਫ ਹੈ ਉਹ ਡਿਲੀਵਰੀ ਔਰ ਚਾਈਲਡ ਬਰਥ ਦੇ ਪ੍ਰੋਸੈਸ ਤੋਂ ਹੀ ਥੋੜੇ ਜਿਹੇ ਐਂਗਸ਼ੀਅਸ ਤਾਂ ਹੁੰਦੇ ਹੀ ਹੈ। ਸੋ ਉਹਨਾਂ ਦੀ ਜਿਹੜੀ ਇਮੋਸ਼ਨਲ ਬਲੂਜ਼ ਸਮਝ ਲਓ, ਮੂਡ ਸਵਿੰਗ ਸਮਝ ਲਓ, ਉਹ ਜਿਵੇਂ ਜਿਵੇਂ ਡਿਲੀਵਰੀ ਦਾ ਟਾਈਮ ਨੇੜੇ ਆਉਂਦਾ ਉਹਨਾਂ ਦੀ ਐਂਗਜ਼ਾਈਟੀ ਵੱਧਦੀ ਜਾਂਦੀ ਹੈ। ਉਹਨਾਂ ਨੂੰ ਇਹ ਡਰ ਲੱਗ ਰਿਹਾ ਹੈ ਕਿ ਪਤਾ ਨਹੀਂ ਕੀ ਹੋਏਗਾ, ਪਤਾ ਨਹੀਂ ਕਦੋਂ ਹੋਏਗਾ। ਸੋ ਮਚ ਸੋ ਕਿ ਇਵਨ ਹਸਬੈਂਡਸ ਵੀ ਐਂਗਸ਼ੀਅਸ ਹੋ ਜਾਂਦੇ ਕਈ ਵਾਰ। ਉਹ ਕਹਿੰਦੇ ਡਾਕਟਰ ਸਾਹਿਬ ਐਂ ਤੇ ਨਹੀਂ ਹੋਏਗਾ ਕਿ ਅਸੀਂ ਆਫਿਸ 'ਚ ਹੈਗੇ ਤੇ ਘਰ ਲੇਬਰ ਪੇਨ ਸ਼ੁਰੂ ਹੋ ਗਈ, ਅਸੀਂ ਪਹੁੰਚ ਪਾਵਾਂਗੇ ਕਿ ਨਹੀਂ। ਸੋ ਇਹ ਸਾਰੇ ਖਿਆਲ ਜਿਹੜੇ ਆ ਇਹ ਕਪਲਸ ਨੂੰ ਐਂਗਸ਼ੀਅਸ ਐਜ਼ ਵੈਲ ਐਜ਼ ਐਕਸਾਈਟਿਡ ਦੋਨੋਂ ਚੀਜ਼ਾਂ ਕਰ ਦਿੰਦੇ ਨੇ। ਮੈਨੂੰ ਲੱਗਦਾ ਜਿਹੜੇ ਫਸਟ ਟਾਈਮ ਵਾਲੇ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਹੁੰਦਾ ਹੈ, ਡੈਫੀਨਿਟਲੀ ਜ਼ਿਆਦਾ ਹੁੰਦਾ ਹੈ। ਮਦਰਸ ਨੂੰ ਇਹ ਲੱਗਦਾ ਹੈ ਕਿ ਪਤਾ ਨਹੀਂ ਉਹ ਲੇਬਰ ਜਿਹੜੀ ਪੇਨ ਹੋਏਗੀ ਕੀ ਮੈਂ ਬਰਦਾਸ਼ਤ ਕਰ ਪਾਵਾਂਗੀ ਕਿ ਨਹੀਂ, ਕੀ ਉਹ ਪੇਨ ਬਹੁਤ ਜ਼ਿਆਦਾ ਤੇ ਨਹੀਂ ਹੋਏਗੀ। ਔਰ ਦੂਸਰਾ ਜਿਹੜੇ ਫਰੈਂਡਸ ਹੈ ਉਹ ਵੀ ਕੋਈ ਕਸਰ ਨਹੀਂ ਛੱਡਦੇ ਡਰਾਉਣ ਲਈ, ਉਹ ਕਹਿ ਦਿੰਦੇ ਵੀ ਜਾਨਲੇਵਾ ਪੇਨ ਹੈ ਨਾ। ਸੋ ਬਹੁਤ ਸਾਰੇ ਮਦਰਸ ਵਿਚਾਰੇ ਐਂਗਸ਼ੀਅਸ ਹੁੰਦੇ ਇਸ ਮੋਮੈਂਟ ਤੇ। ਸੋ ਡਾਕਟਰ ਸਾਹਿਬ, ਕਿਵੇਂ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਹੈ ਡਿਲੀਵਰੀ ਦੇ ਲਈ? ਕੀ ਕੋਈ ਪ੍ਰੈਪਰੇਸ਼ਨ ਦੀ ਲੋੜ ਹੁੰਦੀ ਹੈ ਮੈਂਟਲੀ, ਫਿਜ਼ੀਕਲੀ? ਯੈਸ, ਸੋ ਇੱਥੇ ਬਹੁਤ ਇੰਪੋਰਟੈਂਟ ਰੋਲ ਆਉਂਦਾ ਹੈ ਚਾਈਲਡ ਬਰਥ ਐਜੂਕੇਸ਼ਨ ਕਲਾਸਿਸ ਦਾ। ਮੈਂ ਸਾਰੇ ਕਪਲਸ ਨੂੰ ਇਹ ਕਹਿੰਦੀ ਹਾਂ ਕਿ ਦੇਖੋ ਜਿਵੇਂ ਕੋਈ ਵੀ ਡਿਫਿਕਲਟ ਜੇ ਐਗਜ਼ਾਮ ਹੈ, ਨੀਟ ਦਾ ਐਗਜ਼ਾਮ ਹੈ, ਕੋਈ ਐਗਜ਼ਾਮ ਹੈ, ਤੁਸੀਂ ਤਿਆਰੀ ਕਰਦੇ ਹੋ ਨਾ, ਸੋ ਅੱਜ ਦੇ ਟਾਈਮ ਤੇ ਚਾਈਲਡ ਬਰਥ ਇੰਨਾ ਕੈਜੂਅਲੀ ਨਹੀਂ ਲੈ ਸਕਦੇ ਤੁਸੀਂ। ਜੇ ਤੁਸੀਂ ਨੈਚੁਰਲ ਬਰਥਿੰਗ ਲਈ ਜਾਣਾ ਹੈ, ਨਾਰਮਲ ਡਿਲੀਵਰੀ ਲਈ ਜਾਣਾ ਹੈ, ਤਾਂ ਥੋੜੀ ਜਿਹੀ ਪ੍ਰੈਪਰੇਸ਼ਨ ਕਰਨੀ ਤਾਂ ਬਣਦੀ ਹੈ, ਕਿਉਂਕਿ ਆਪਾਂ ਲੋਕਾਂ ਦੀ ਬਾਡੀਜ਼ ਇੰਨੀਆਂ ਫਲੈਕਸੀਬਲ ਨਹੀਂ ਹੈ। ਅਸੀਂ ਸਾਰਾ ਦਿਨ ਬੈਠੇ ਰਹਿੰਦੇ ਹਾਂ, ਫਿਜ਼ੀਕਲ ਵਰਕ ਬਹੁਤ ਘੱਟ ਕਰਦੇ ਹਾਂ, ਇਸ ਲਈ ਤੁਹਾਨੂੰ ਐਕਟਿਵਲੀ ਆਪਣੀ ਬਾਡੀ ਨੂੰ ਪ੍ਰਿਪੇਅਰ ਕਰਨਾ ਪੈਂਦਾ ਹੈ। ਦੂਸਰਾ, ਅੱਜ ਕੱਲ ਜਿਹੜੀ ਨਵੀਂ ਪੀੜ੍ਹੀ ਹੈ ਉਹ ਹਰ ਚੀਜ਼ ਵਾਸਤੇ ਪਹਿਲਾਂ ਪ੍ਰਿਪੇਅਰ ਹੋਣਾ ਚਾਹੁੰਦੀ ਹੈ। ਦੇ ਵਾਂਟ ਟੂ ਨੋ ਇਫਸ ਐਂਡ ਬਟਸ, ਇਹ ਹੋਏਗਾ ਤਾਂ ਕੀ ਹੋਏਗਾ, ਇਹ ਨਹੀਂ ਹੋਏਗਾ ਤਾਂ ਕੀ ਹੋਏਗਾ, ਪਲੈਨਿੰਗ ਬਹੁਤ ਕਰਦੇ ਆ। ਐਗਜ਼ੈਕਟਲੀ, ਸੋ ਇਹ ਸਾਰੇ ਕੁਐਸਚਨ ਆਨਸਰ ਦੇ ਜਵਾਬ ਪਹਿਲਾਂ ਹੀ ਤਿਆਰੀ ਕਰਕੇ ਜੇ ਐਗਜ਼ਾਮ 'ਚ ਬੈਠੋਗੇ ਤਾਂ ਫਿਰ ਤਾਂ ਵਧੀਆ ਹੀ ਐਗਜ਼ਾਮ ਦੇ ਪਾਏਗਾ ਬੰਦਾ। ਸੋ ਡਾਕਟਰ ਸਾਹਿਬ, ਥੋੜਾ ਜਿਹਾ ਹੋਰ ਜੇ ਇਹਨੂੰ ਆਪਾਂ ਇਲੈਬੋਰੇਟ ਕਰਕੇ ਦਸੀਏ ਜਿਹੜੇ ਹੈਗੇ ਨੇ ਮਤਲਬ ਜੋੜਿਆਂ ਦੇ ਲਈ, ਕਿ ਕਿਸ ਤਰੀਕੇ ਦੇ ਨਾਲ ਤੁਸੀਂ ਕਾਦੀ ਤਿਆਰੀ ਕਰਨੀ ਹੈ? ਦੇਖੋ ਤੁਸੀਂ ਜੇ ਚਾਈਲਡ ਬਰਥ ਕਲਾਸਿਸ ਅਟੈਂਡ ਕਰ ਰਹੇ ਹੋ, ਉਹਦੇ 'ਚ ਇੱਕ ਬੜੀ ਇੰਪੋਰਟੈਂਟ ਕਲਾਸ ਹੈ ਜਿਹਨੂੰ ਅਸੀਂ ਲਮਾਜ਼ ਕਲਾਸ ਕਹਿੰਦੇ ਆ ਜਾਂ ਚਾਈਲਡ ਬਰਥ ਕਲਾਸ। ਉਹਦੇ 'ਚ ਤੁਹਾਨੂੰ ਸਮਝਾਇਆ ਜਾਂਦਾ ਹੈ ਕਿ ਵੀ ਟਰੂ ਲੇਬਰ ਪੇਨ ਕੀ ਹੈ, ਤੁਸੀਂ ਹਸਪੀਟਲ ਕਦੋਂ ਪਹੁੰਚਣਾ ਹੈ, ਤੁਸੀਂ ਲੇਬਰ 'ਚ ਬਰੀਥ ਕਿਵੇਂ ਕਰਨਾ ਹੈ, ਜਦੋਂ ਕੰਟਰੈਕਸ਼ਨ ਆਏਗੀ ਤੁਹਾਨੂੰ ਕਿਹਾ ਜਾਏਗਾ ਕਿ ਤੁਸੀਂ ਪੁਸ਼ਿੰਗ ਕਰਨੀ ਹੈ ਉਹ ਕਿਵੇਂ ਕਰਨੀ ਹੈ। ਸੋ ਜੇ ਆਪਾਂ ਰੈਗੂਲਰ ਐਕਸਰਸਾਈਜ਼ ਕਰ ਰਹੇ ਹਾਂ, ਜਿਵੇਂ ਅਸੀਂ ਸਕੁਐਟਸ ਕਰਨ ਲਈ ਕਹਿੰਦੇ ਆ ਜਾਂ ਬਰੀਥਿੰਗ ਐਕਸਰਸਾਈਜ਼ ਕਰਨ ਲਈ ਕਹਿੰਦੇ ਆ, ਜੇ ਅਸੀਂ ਆਪਣੀ ਬੋਡੀ ਨੂੰ ਉਸ ਤਰ੍ਹਾਂ ਪ੍ਰਿਪੇਅਰ ਕਰਦੇ ਹਾਂ ਤਾਂ ਲੇਬਰ ਦੇ ਪ੍ਰੋਸੈਸ 'ਚ ਤੁਹਾਡੀ ਐਂਗਜ਼ਾਇਟੀ ਬਹੁਤ ਘੱਟ ਜਾਂਦੀ ਹੈ, ਬਿਕੋਜ਼ ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਐਕਸਪੈਕਟ ਕਰਨਾ ਹੈ। ਦੇਖੋ ਸਾਡੇ ਲਈ ਕੀ ਚੈਲੰਜ ਆਉਂਦਾ ਹੈ ਕਿ ਜਦੋਂ ਮਦਰ ਸੈਕਿੰਡ ਸਟੇਜ ਲੇਬਰ 'ਚ ਹੈ, ਬਹੁਤ ਪੇਨ 'ਚ ਹੈ, ਉਸ ਸਮੇਂ ਉਹ ਨਹੀਂ ਸਮਝ ਪਾਉਂਦੇ। ਉਸ ਸਮੇਂ ਅਸੀਂ ਉਹਨਾਂ ਨੂੰ ਜੋ ਮਰਜ਼ੀ ਸਮਝਾ ਲਈਏ, ਇੰਜ ਨਹੀਂ ਕਰੋ, ਉਸ ਸਮੇਂ ਬੰਦਾ ਨਹੀਂ ਸਮਝ ਰਿਹਾ ਕਿਉਂਕਿ ਉਹ ਆਪਣੀ ਪੇਨਸ ਨਾਲ ਬਹੁਤ ਨਰਵਸ ਹੈ। ਸੋ ਅਗਰ ਅਸੀਂ ਪਹਿਲਾਂ ਤੋਂ ਹੀ ਆਪਣਾ ਬਰਥ ਪਲਾਨ ਰੈਡੀ ਕੀਤਾ ਹੈ ਕਿ ਠੀਕ ਹੈ I will go for painless delivery, ਅਗਰ ਮੈਨੂੰ ਇਹ ਪ੍ਰੋਬਲਮ ਆਈ ਆਪਾਂ ਇੰਜ ਕਰਾਂਗੇ, ਸੋ ਵੀ ਆਰ ਆਲਰੇਡੀ ਪ੍ਰੀਪੇਅਰਡ। ਸੋ ਤੁਸੀਂ ਜੇ ਜਰਨੀ ਨੂੰ ਪ੍ਰੀਪੇਅਰਡ ਵੇ ਨਾਲ ਅਪਰੋਚ ਕਰਦੇ ਹੋ ਤਾਂ ਐਕਸਪੀਰੀਅੰਸ ਜਿਹੜਾ ਉਹ ਬੜਾ ਪੋਜ਼ਿਟਿਵ ਰਹਿੰਦਾ ਹੈ। ਜੀ ਡਾਕਟਰ ਸਾਹਿਬ, ਸੋ ਜਿਵੇਂ ਆਪਾਂ ਪਹਿਲੇ ਦੂਸਰੇ ਟ੍ਰਾਈਮਸਟਰ ਦੇ ਵਿੱਚ ਗੱਲ ਕੀਤੀ ਹੈ ਕਿ ਡਾਕਟਰ ਦੇ ਕੋਲ ਕਦੋਂ ਜਾਣਾ, ਪਹਿਲਾਂ ਹੁੰਦਾ ਕਿ ਮੈਨੂੰ ਲੱਗਦਾ ਕਿ ਮਹੀਨੇ ਬਾਅਦ ਤੁਹਾਨੂੰ ਬੁਲਾਇਆ ਜਾਂਦਾ ਹੈ ਡਾਕਟਰ ਦੇ ਵੱਲੋਂ, ਤੇ ਫਿਰ ਤੁਹਾਡੇ ਸਕੈਨ ਵੀ ਹੁੰਦੇ ਨੇ। ਥਰਡ ਟ੍ਰਾਈਮਸਟਰ ਦੇ ਵਿੱਚ ਕਿਹੜੇ ਮੇਜਰ ਮਤਲਬ ਮੈਡੀਸਿਨਸ ਜਾਂ ਫਿਰ ਸਕੈਨ ਹੁੰਦੇ ਨੇ?
ਦੇਖੋ ਥਰਡ ਟ੍ਰਾਈਮੈਸਟਰ 'ਚ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਸ਼ੁਰੂ 'ਚ ਅਸੀਂ ਮਹੀਨੇ ਬਾਅਦ ਡਾਕਟਰ ਤੱਕ ਜਾਂਦੇ ਆ ਜੀ ਪਰ 8th ਮੰਥ ਤੋਂ ਬਾਅਦ ਅਸੀਂ ਤੁਹਾਨੂੰ ਐਵਰੀ 15 ਡੇਜ਼ ਬੁਲਾਉਂਦੇ ਆ ਔਰ 9ਵੇਂ ਮਹੀਨੇ 'ਚ ਅਸੀਂ ਤੁਹਾਨੂੰ ਹਰ ਹਫਤੇ ਬੁਲਾਉਣ ਲੱਗ ਜਾਂਦੇ ਆ ਜੀ ਜੀ ਕਿੰਨਾ ਗੱਲਾਂ ਪਿੱਛੇ ਅਸੀਂ ਰਿਪੀਟਡ ਚੈੱਕਅਪਸ ਲਈ ਬੁਲਾਉਂਦੇ ਆ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਆ ਮਦਰ ਦਾ weight gain ਐਵਰੇਜ ਮਦਰ ਨੇ ਐਂਟਾਇਰ ਪ੍ਰੈਗਨੈਂਸੀ 'ਚ 12 ਕਿਲੋ weight gain ਕਰਨਾ ਹੁੰਦਾ ਹੈ ਇਸੇ ਕਰਕੇ ਅਸੀਂ ਗੱਲ ਕੀਤੀ ਸੀ ਕਿ ਡਾਈਟ ਐਕਸਟਰਾ ਚਾਹੀਦੀ ਹੈ ਜੀ ਜੀ ਔਰ ਥਰਡ ਟ੍ਰਾਈਮੈਸਟਰ 'ਚ ਨੀਅਰਲੀ 2 kgs ਪਰ ਮੰਥ ਜਿਹੜਾ ਹੈ ਉਹ ਐਵਰੇਜ ਮਦਰ ਦਾ ਟਾਰਗੇਟ ਹੈ ਕਿ ਇੰਨਾ ਵਜ਼ਨ ਵਧਣਾ ਚਾਹੀਦਾ ਹੈ 2 kg ਪਰ ਮੰਥ ਜੀ ਸੋ ਅਸੀਂ ਬੇਬੀ ਮਦਰ ਦਾ weight ਚੈੱਕ ਕਰਨੇ ਆ ਹੀਮੋਗਲੋबिन देखते हैं कि मदर अनीमिक तो नहीं हो रही अपना आयरन खा रही है कि नहीं ब्लड प्रेशर चेक करते हैं क्योंकि बहुत मदर्स विच प्रेगनेंसी इंड्यूस्ड बीपी ਵਧਣ ਲੱਗ ਜਾਂਦਾ ਹੈ ਸੋ ਬਲੱਡ ਪ੍ਰੈਸ਼ਰ ਦਾ ਚੈੱਕਅਪ ਥਰਡ ਟ੍ਰਾਈਮੈਸਟਰ 'ਚ ਬਹੁਤ ਜ਼ਰੂਰੀ ਹੈ ਇਸ ਕਰਕੇ ਹਰ ਹਫਤੇ ਬੁਲਾ ਕੇ ਤੁਹਾਡਾ ਬੀਪੀ ਦੇਖਿਆ ਜਾਂਦਾ ਹੈ ਫਿਰ ਬੱਚੇ ਦੀ ਗਰੋਥ ਦੇਖੀ ਜਾਂਦੀ ਹੈ ਕਿ ਕਿਤੇ ਇਹ ਤਾਂ ਨਹੀਂ ਕਿ ਬੱਚਾ ਕਮਜ਼ੋਰ ਰਹਿ ਰਿਹਾ ਹੈ ਬੱਚੇ ਨੇ ਜਿੰਨਾ ਗਰੋ ਕਰਨਾ ਹੈ ਕਿ ਉਹ ਕਰ ਰਿਹਾ ਹੈ ਕਿ ਨਹੀਂ ਸੋ ਬੱਚੇ ਦਾ ਗਰੋਥ ਮੋਨੀਟਰ ਕੀਤੀ ਜਾਂਦੀ ਹੈ ਬੱਚੇ ਦੀ ਧੜਕਨ ਦੇਖੀ ਜਾਂਦੀ ਹੈ ਬੱਚੇ ਦੀ ਮੂਵਮੈਂਟਸ ਦੇਖੀਆਂ ਜਾਂਦੀਆਂ ਔਰ ਮਦਰਸ ਨੂੰ ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਥਰਡ ਟ੍ਰਾਈਮੈਸਟਰ ਵਿੱਚ ਮਦਰ ਨੇ ਮੂਵਮੈਂਟਸ ਕਾਊਂਟ ਕਰਨੀ ਹੈ 8ਵੇਂ ਔਰ 9ਵੇਂ ਮਹੀਨੇ ਵਿੱਚ ਬੱਚੇ ਅਕਸਰ 30-40 ਟਾਈਮਸ ਦਿਨ 'ਚ ਹਿਲਦੇ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਹਰ ਮਦਰ ਐਟਲੀਸਟ 10 ਤੋਂ 12 ਮੂਵਮੈਂਟਸ 8ਵੇਂ ਔਰ 9ਵੇਂ ਮਹੀਨੇ ਵਿੱਚ ਜ਼ਰੂਰ ਕਾਊਂਟ ਕਰੇ ਔਰ ਅਗਰ ਉਹਨਾਂ ਨੂੰ ਲੱਗ ਰਿਹਾ ਕਿ ਮੂਵਮੈਂਟ ਘੱਟ ਹੈ ਜਾਂ ਬੱਚਾ ਅੱਜ ਸੁਸਤ ਲੱਗ ਰਿਹਾ ਤਾਂ ਜਾ ਕੇ ਬੱਚੇ ਦੀ ਧੜਕਨ ਚੈੱਕ ਕਰਾਣੀ ਚਾਹੀਦੀ ਜੀ ਜੀ ਇਹ ਕਾਫੀ ਇੰਪੋਰਟੈਂਟ ਹੈ ਹਾਂ ਔਰ ਜਿਵੇਂ ਤੁਸੀਂ ਪੁੱਛਿਆ ਕਿ ਅਲਟਰਾਸਾਊਂਡ ਇੱਕ ਅਲਟਰਾਸਾਊਂਡ ਨੀਅਰਲੀ 8ਵੇਂ ਮਹੀਨੇ 'ਚ ਕੀਤਾ ਜਾਂਦਾ ਹੈ ਬੱਚੇ ਦੀ ਗਰੋਥ ਦੇਖਣ ਪਿੱਛੇ ਉਸ ਤੇ ਪਤਾ ਲੱਗ ਜਾਂਦਾ ਹੈ ਕਿ ਕੁਝ ਬੱਚੇ ਮਦਰ ਦੇ ਬੀਪੀ ਕਰਕੇ ਮਦਰ ਦੀ ਸ਼ੂਗਰ ਕਰਕੇ ਕਮਜ਼ੋਰ ਰਹਿ ਜਾਂਦੇ ਆ ਉਹ ਸਾਨੂੰ ਅਲਟਰਾਸਾਊਂਡ ਤੋਂ ਪਤਾ ਲੱਗ ਜਾਂਦਾ ਔਰ ਅਸੀਂ ਫਿਰ ਉਸ ਦੇ ਅਕੋਰਡਿੰਗ ਉਹਨਾਂ ਨੂੰ ਹੈਂਡਲ ਕਰਦੇ ਹਾਂ ਜੀ ਡਾਕਟਰ ਸਾਹਿਬ ਸੋ ਡਾਕਟਰ ਸਾਹਿਬ ਜਿਵੇਂ ਪਹਿਲੇ 3 ਮਹੀਨੇ ਹੁੰਦੇ ਨੇ ਬਹੁਤ ਕ੍ਰੂਸ਼ਲ ਮੰਨੇ ਜਾਂਦੇ ਨੇ ਮਤਲਬ ਪਤਾ ਲੱਗ ਜਾਂਦਾ ਹੈ ਫੈਮਿਲੀ ਦੇ ਵਿੱਚ ਪਰ ਬਾਹਰ ਨਹੀਂ ਦੱਸਦੇ ਕਿਉਂਕਿ ਹੁੰਦਾ ਹੈ ਕਿ ਮਿਸਕੈਰੇਜ ਦਾ ਜਿਹੜਾ ਰਿਸਕ ਹੈ ਉਹ ਪਹਿਲੇ 3 ਚ ਜ਼ਿਆਦਾ ਹੁੰਦਾ ਫਿਰ ਤੁਸੀਂ ਲਾਸਟ ਟਾਈਮ ਦੱਸਿਆ ਸੀ ਕਿ 5th ਜਿਹੜਾ ਮੰਥ ਵਾਲਾ ਸਕੈਨ ਹੈ ਉਹਦੇ ਵਿੱਚ ਜੇ ਬੱਚਾ ਬਿਲਕੁਲ ਸਹੀ ਹੈ ਤਾਂ ਸਮਝੋ ਕਿ ਇਹ ਸੇਫ ਡਿਲੀਵਰੀ ਹੋਏਗੀ ਹੈ ਨਾ ਇਸ ਤੋਂ ਬਾਅਦ ਕੋਈ ਜ਼ਿਆਦਾ ਮਤਲਬ ਕਿੰਨੇ % ਆਪਾਂ ਖਤਰਾ ਮੰਨਦੇ ਆ ਕਿ ਕਿਤੇ ਕੇਸ ਖਰਾਬ ਤਾਂ ਨਹੀਂ ਹੋ ਜਾਊਗਾ ਜਾਂ ਕਈ ਹੁੰਦੇ ਨੇ ਕਿ ਪਹਿਲਾਂ ਹੀ ਬੱਚੇ ਮਤਲਬ ਪ੍ਰੀਮੈਚੁਰ ਹੋ ਜਾਂਦੇ ਨੇ ਉਹ ਕਿਹੜੇ ਕੇਸਿਸ ਵਿੱਚ ਹੁੰਦਾ ਹੈ ਦੇਖिए ਪ੍ਰੀਮੈਚੁਰ ਬੱਚਾ ਅਕਸਰ ਪਹਿਲਾਂ ਤਾਂ ਇਹ ਹੈ ਕਿ 5% ਕੇਸਿਸ 'ਚ ਪ੍ਰੀਮੈਚੁਰਿਟੀ ਹੁੰਦੀ ਹੈ ਜੀ अगर मदर्स अनीमिक है अगर मदर दी एज बहुत घट है जिवें 20-21 साल ही है मदर ਦਾ ਆਪਣਾ weight ਬਹੁਤ ਘੱਟ ਹੈ ਕਮਜ਼ੋਰ ਹੈ ਮਦਰਸ ਜਾਂ ਮਦਰਸ ਨੂੰ ਕਿਸੇ ਵੀ ਤਰ੍ਹਾਂ ਦਾ ਸਟ੍ਰੈਸ ਹੈ ਚਾਹੇ ਉਹ ਫਿਜ਼ੀਕਲ ਹੈ ਚਾਹੇ ਉਹ ਇਮੋਸ਼ਨਲ ਹੈ ਉਹਦੇ ਨਾਲ ਪ੍ਰੀਮੈਚੁਰ ਲੇਬਰ ਟ੍ਰਿਗਰ ਹੋ ਜਾਂਦੀ ਹੈ ਜਾਂ ਮਦਰ ਨੂੰ ਰਿਪੀਟਡ ਯੂਰੀਨਰੀ ਇਨਫੈਕਸ਼ਨਸ ਹੋ ਰਹੀਆਂ ਜਾਂ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋ ਰਹੀ ਹੈ ਉਹ ਵੀ ਪ੍ਰੀਮੈਚੁਰ ਲੇਬਰ ਮਦਰਸ ਜਿਨ੍ਹਾਂ 'ਚ ਫਾਈਬਰੋਇਡ ਹੈ ਜਾਂ ਮਲਟੀਪਲ ਪ੍ਰੈਗਨੈਂਸੀ ਹੈ ਉਹਨਾਂ 'ਚ ਪ੍ਰੀਮੈਚੁਰ ਲੇਬਰ ਹੋਣ ਦਾ ਰਿਸਕ ਰਹਿੰਦਾ ਹੈ ਸੋ ਕੋਈ ਵੀ ਬੱਚਾ ਜਿਹੜਾ 37 ਵੀਕਸ ਤੋਂ ਪਹਿਲਾਂ ਪੈਦਾ ਹੁੰਦਾ ਹੈ ਮਤਲਬ 8.5 ਮਹੀਨੇ ਕੰਪਲੀਟ ਹੋਣ ਤੋਂ ਪਹਿਲਾਂ ਪੈਦਾ ਹੁੰਦਾ ਉਹਨੂੰ ਆਪਾਂ ਪ੍ਰੀਮੈਚੁਰ ਮੰਨਦੇ ਹਾਂ ਸੋ ਪ੍ਰੀਮੈਚੁਰ ਡਿਲੀਵਰੀ ਦੇ ਇਹ ਸਾਰੇ ਕੇਸਿਸ ਹੈ ਨਾਲੇ ਇਹ ਦੇਖਿਆ ਗਿਆ ਜਿਹੜੀ ਮਦਰ ਸਿਗਰਟ ਸਮੋਕਰਸ ਹੈ ਜਾਂ ਕੋਈ ਵੀ ਡਰੱਗ ਅਬਿਊਜ਼ ਕਰ ਰਹੇ ਆ ਉਹਨਾਂ 'ਚ ਵੀ ਪ੍ਰੀਮੈਚੁਰ ਡਿਲੀਵਰੀ ਦਾ ਰਿਸਕ ਬਹੁਤ ਜ਼ਿਆਦਾ ਹੈ ਜਾਂ ਅਗਰ ਮਦਰ ਦਾ ਬਲੱਡ ਪ੍ਰੈਸ਼ਰ ਵੱਧ ਰਿਹਾ ਹੈ ਪ੍ਰੈਗਨੈਂਸੀ 'ਚ ਮਦਰ ਡਾਇਬੀਟਿਕ ਹੈ ਜਾਂ ਬੱਚੇ ਦੇ ਅਰਾਊਂਡ ਪਾਣੀ ਜ਼ਿਆਦਾ ਹੈ ਇਹ ਸਾਰੀਆਂ ਚੀਜ਼ਾਂ ਬੱਚੇ ਨੂੰ ਪ੍ਰੀਮੈਚੁਰ ਲੇਬਰ ਵੱਲ ਟ੍ਰਿਗਰ ਕਰਦੀ ਜੀ ਔਰ ਉਹ ਇਹੋ ਜਿਹੇ ਬੱਚਿਆਂ ਨੂੰ ਫਿਰ ਅੱਗੇ ਵੀ ਡਿਲੀਵਰੀ ਤੋਂ ਬਾਅਦ ਵੀ ਜਦੋਂ ਨਾ ਜਨਮ ਹੋ ਜਾਂਦਾ ਉਸ ਤੋਂ ਬਾਅਦ ਵੀ ਸ਼ਾਇਦ ਬਹੁਤ ਧਿਆਨ ਉਹਨਾਂ ਦਾ ਰੱਖਣਾ ਪੈਂਦਾ ਉਹਨਾਂ ਨੂੰ ਨਿਓਨੇਟਲ ਆਈਸੀਯੂ 'ਚ ਰੱਖਣਾ ਪੈਂਦਾ ਹੈ ਸਪੈਸ਼ਲ ਕੇਅਰ ਦੇਣੀ ਪੈਂਦੀ ਹੈ ਉਦੋਂ ਤੱਕ ਜਦੋਂ ਤੱਕ ਉਹ ਪੂਰੇ ਮੈਚੁਰ ਨਹੀਂ ਹੋ ਜਾਂਦੇ ਜੀ ਸੋ ਡਾਕਟਰ ਸਾਹਿਬ ਕਿਉਂਕਿ ਥਰਡ ਟ੍ਰਾਈਮੈਸਟਰ ਹੈ ਇਹਦੇ ਵਿੱਚ ਹਸਬੈਂਡ ਵਾਈਫ ਉਹਨਾਂ ਦੋਵਾਂ ਨੂੰ ਕੀ ਤਿਆਰੀ ਕਰਨੀ ਹੈ ਜਿਵੇਂ ਅੱਜ ਕੱਲ ਵੈਸੇ ਮੈਨੂੰ ਲੱਗਦਾ ਹੈ ਕਿ ਸਾਰੇ ਹਸਪੀਟਲ ਨੇ ਜਿਹੜੇ ਉਹਨਾਂ ਨੇ ਲਿਸਟ ਬਣਾ ਕੇ ਰੱਖੀ ਹੁੰਦੀ ਹੈ ਕਿ ਜਦੋਂ ਤੁਸੀਂ ਹਸਪੀਟਲ ਜਾਣਾ ਤਾਂ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਪਰ ਫਿਰ ਵੀ ਸਾਡੇ ਦਰਸ਼ਕ ਸਾਨੂੰ ਸੁਣ ਰਹੇ ਨੇ ਕੀ ਤਿਆਰੀ ਤੁਸੀਂ ਰეკਮੈਂਡ ਕਰਦੇ ਹੋ ਕਿ ਕਰਨੀ ਹੈ ਦੇਖੋ ਥਰਡ ਟ੍ਰਾਈਮੈਸਟਰ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿੰਨੀ ਆ ਕਿ ਤਿਆਰੀ ਦੇ ਤੌਰ ਤੇ ਆਪਾਂ ਇਹ ਡਿਸਾਈਡ ਕਰਨਾ ਹੈ ਕਿ ਡਿਲੀਵਰੀ ਕਿੱਥੇ ਹੋਣੀ ਹੈ ਕਿਉਂਕਿ ਜਿਹੜਾ ਵੀ ਪਲੇਸ ਆਫ ਡਿਲੀਵਰੀ ਤੁਸੀਂ ਚੂਜ਼ ਕਰੋਗੇ ਉਹ ਤੁਹਾਡੇ ਘਰ ਤੋਂ ਬਹੁਤ ਦੂਰ ਨਹੀਂ ਹੋਣਾ ਚਾਹੀਦਾ ਉਹ ਉੱਥੇ ਹਰ ਚੀਜ਼ ਦੀ ਸਹੂਲੀਅਤ ਹੋਣੀ ਚਾਹੀਦੀ ਹੈ ਉੱਥੇ ਗਾਇਨੋਕੋਲੋਜਿਸਟ ਅਵੇਲੇਬਲ ਹੋਣੇ ਚਾਹੀਦੇ ਉੱਥੇ ਬੇਬੀ ਦੀ ਨਿਊਬੋਰਨ ਕੇਅਰ ਵਾਸਤੇ ਸਹੂਲੀਅਤ ਹੋਣੀ ਚਾਹੀਦੀ ਹੈ ਸੋ ਤੁਸੀਂ ਇੱਕ ਸੇਫ ਪਲੇਸ ਆਪਣੀ ਡਿਲੀਵਰੀ ਵਾਸਤੇ ਚੂਜ਼ ਕਰੋਗੇ ਐਮਰਜੈਂਸੀ ਵਾਰਡ ਤਾਂ ਜ਼ਰੂਰੀ ਹੋਣਾ ਚਾਹੀਦਾ ਹਾਂਜੀ ਔਰ ਦੈਨ ਨੈਕਸਟ ਇਹ ਹੈ ਕਿ ਇਹ ਪ੍ਰੈਪਰੇਸ਼ਨ ਮਦਰ ਔਰ ਫਾਦਰ ਦੋਨਾਂ ਨੇ ਮਿਲ ਕੇ ਡਿਸੀਜਨ ਲੈਣਾ ਇਹ ਨਹੀਂ ਕਿ ਵੀ ਲੇਬਰ ਪੇਨ ਹੋਗੀ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਜਾਣਾ ਕਿੱਥੇ ਹੈ ਨਾ ਦੈਨ ਥਰਡ ਜਿਵੇਂ ਤੁਸੀਂ ਕਿਹਾ ਸੀ ਕਿ ਲਿਸਟ ਆਫ ਥਿੰਗਸ ਟੂ ਬੀ ਪੈਕਡ ਕਿ ਕਿਹੜੀਆਂ ਚੀਜ਼ਾਂ ਜਿਹੜੀ ਮਦਰ ਦੇ ਬੈਗ ਵਿੱਚ ਅਸੀਂ ਰੈਡੀ ਰੱਖਣੀਆਂ ਤਾਂ ਕਿ ਸਾਨੂੰ ਲੋੜ ਪਏ ਤਾਂ ਅਸੀਂ ਜਾਈਏ ਉਹਦੇ 'ਚ ਬੇਬੀ ਦਾ ਸਮਾਨ ਵੀ ਹੈ ਮਦਰ ਦਾ ਸਮਾਨ ਵੀ ਹੈ ਕਿਸੇ ਵੀ ਹਸਪੀਟਲ ਜਾਣ ਲਈ ਤੁਹਾਨੂੰ ਮਦਰ ਦੇ ਥੋੜੇ ਜਿਹੇ 2-3 ਕੱਪੜਿਆਂ ਦੇ ਚੇਂਜ ਆਫ ਕਲੋਥਸ ਚਾਹੀਦੇ ਹੈ ਫੁੱਟਵੇਅਰ ਚੱਪਲ ਚਾਹੀਦੀ ਹੈ ਤੁਹਾਨੂੰ ਆਪਣਾ ਟਾਇਲਟਰੀਜ਼ ਚਾਹੀਦੀਆਂ
ਬੇਬੀ ਵਾਸਤੇ ਤੁਹਾਨੂੰ ਬੇਬੀ ਰੈਪ ਕਰਨ ਵਾਸਤੇ ਟਾਵਲ ਚਾਹੀਦਾ ਹੈ, ਸ਼ੀਟ ਚਾਹੀਦੀ ਹੈ, ਬੇਬੀ ਦੇ 2-3 ਸੈਟ ਆਫ ਕਲੋਥਸ ਚਾਹੀਦੇ ਹੈ, ਅਗਰ ਸਰਦੀ ਹੈ ਤਾਂ ਵੂਲਨ ਕਲੋਥਸ ਚਾਹੀਦੇ ਹੈ, ਅਗਰ ਗਰਮੀ ਹੈ ਤਾਂ ਕਾਟਨ ਦੇ ਕਲੋਥਸ ਚਾਹੀਦੇ ਹੈ, ਬੇਬੀ ਦੀ ਕੈਪ ਚਾਹੀਦੀ ਹੈ, ਸੌਕਸ ਚਾਹੀਦੀਆਂ, ਮਿਟਨਸ ਚਾਹੀਦੀਆਂ, ਔਰ ਬੇਸਿਕਲੀ ਇਹੀ ਸਮਾਨ ਹੈ। ਡਾਈਪਰਸ ਮੋਸਟਲੀ ਹਸਪੀਟਲਸ ਤੋਂ ਮਿਲ ਜਾਂਦੇ ਆ, ਜਾਂ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਆਪਣੇ ਲੈ ਕੇ ਜਾ ਸਕਦੇ ਹੋ, ਔਰ ਮੈਟਰਨਿਟੀ ਪੈਂਟੀਜ਼ ਜਾਂ ਮੈਟਰਨਿਟੀ ਜਿਹੜੇ ਅੰਡਰਗਾਰਮੈਂਟਸ ਹੈ ਉਹ ਅੱਜ ਕੱਲ੍ਹ ਅਵੇਲੇਬਲ ਹੈ, ਮਦਰ ਲਈ ਤੁਸੀਂ ਉਸ ਬੈਗ ਵਿੱਚ ਉਹ ਪਾ ਸਕਦੇ ਹੋ। ਸੋ ਇਹ ਹੋ ਗਿਆ ਸਾਡਾ ਸਮਾਨ। ਦੂਸਰਾ ਬਹੁਤ ਇੰਪੋਰਟੈਂਟ ਜਿਹੜਾ ਮੈਂ ਸਾਰੇ ਪੇਸ਼ੈਂਟਸ ਨੂੰ ਕਹਿੰਦੀ ਹਾਂ, ਆਪਣਾ ਮੈਡੀਕਲ ਰਿਕਾਰਡ। ਇਹ ਨਹੀਂ ਕਿ ਉਸ ਸਮੇਂ ਐਮਰਜੈਂਸੀ 'ਚ ਰਾਤੀ 2 ਵਜੇ ਹਸਪੀਟਲ ਰਸ਼ ਕਰੇ ਤਾਂ ਆਪਣੀ ਫਾਈਲ ਜਿਹੜੀ ਉਹ ਤੁਸੀਂ ਘਰ ਹੀ ਛੱਡ ਗਏ, ਕਿਉਂਕਿ ਉਹ ਸਾਰੇ ਟੈਸਟ, ਉਹ ਸਾਰੇ ਅਲਟਰਾਸਾਊਂਡਸ ਦੇ ਆਰ ਵੈਰੀ ਇੰਪੋਰਟੈਂਟ ਐਟ ਦ ਟਾਈਮ ਆਫ ਡਿਲੀਵਰੀ। ਸੋ ਉਹ ਸਾਮਾਨ ਅਸੀਂ ਆਪਣਾ ਜ਼ਰੂਰ ਰੈਡੀ ਰੱਖਣਾ ਹੈ। ਸੋ ਇਹ ਤਿਆਰੀ ਹੈ। ਔਰ ਦੂਸਰਾ ਕਿ ਯੂ ਸ਼ੁੱਡ ਨੋ ਕਿ ਵਾਟ ਆਰ ਦ ਸਾਈਨਸ ਕਿ ਕਦੋਂ ਆਪਾਂ ਹਸਪੀਟਲ ਜਾਣਾ ਹੈ। ਇਹੀ ਮੈਂ ਪੁੱਛਣ ਲੱਗੀ ਸੀ ਕਿ 8ਵੇਂ ਮਹੀਨੇ ਤੋਂ ਬਾਅਦ ਤਾਂ ਇਹਦਾ ਰਿਸਕ ਹੀ ਹੁੰਦਾ ਹੋਣਾ ਕਿ ਕਦੋਂ ਜਾਣਾ ਹੈ, ਪਤਾ ਹੀ ਨਹੀਂ ਲੱਗਦਾ। ਹਾਂ, ਸੋ ਵਾਰਨਿੰਗ ਸਾਈਨਸ ਕੀ ਹੈ ਕਿ ਆਪਾਂ ਕਦੋਂ ਹਸਪੀਟਲ ਜਾਈਏ। ਅਸੀਂ ਡਿਸਕਸ ਕੀਤਾ ਕਿ ਜੇ ਤੁਹਾਡਾ ਬਲੱਡ ਪ੍ਰੈਸ਼ਰ ਕਿਸੇ ਵੀ ਸਟੇਜ ਤੇ ਵੱਧ ਜਾਂਦਾ ਹੈ ਜਾਂ ਤੁਹਾਨੂੰ ਹੈਡੇਕ ਹੋ ਰਹੀ ਹੈ ਮਦਰ ਨੂੰ, ਤੁਸੀਂ ਦੇਖਿਆ ਬੀਪੀ 150/90 ਤੋਂ ਉੱਪਰ ਹੈ, ਤੁਸੀਂ ਹਸਪੀਟਲ ਜਾ ਸਕਦੇ ਹੋ। ਅਗਰ ਤੁਹਾਨੂੰ ਬੇਬੀ ਦੀ ਮੂਵਮੈਂਟਸ ਘੱਟ ਲੱਗ ਰਹੀ ਹੈ, ਹਸਪੀਟਲ ਜਾਣਾ ਹੈ। ਅਗਰ ਵਾਟਰ ਬੈਗ ਬ੍ਰੇਕ ਹੋ ਜਾਂਦਾ ਹੈ, ਮਤਲਬ ਇੱਕਦਮ ਬਹੁਤ ਸਾਰਾ ਵਾਟਰੀ ਡਿਸਚਾਰਜ ਆ ਰਿਹਾ ਹੈ, ਵੀ ਮਸਟ ਗੋ ਟੂ ਦ ਹਸਪੀਟਲ। ਅਗਰ ਬਲੀਡਿੰਗ ਹੋ ਗਈ ਕਿਸੇ ਵੀ ਟਾਈਮ ਪ੍ਰੈਗਨੈਂਸੀ 'ਚ ਤਾਂ ਵੀ ਆਪਾਂ ਜਾਵਾਂਗੇ। ਹੁਣ ਲੇਬਰ ਪੇਨਸ ਹੋ ਗਈਆਂ, ਦੇਖੋ ਬਹੁਤ ਵਾਰ ਮਦਰਸ ਨਾ ਫਾਲਸ ਪੇਨਸ ਨਾਲ ਆਉਂਦੇ ਹੈ। ਸੋ ਕਿਵੇਂ ਪਤਾ ਚੱਲਦਾ ਹੈ ਕਿ ਇਹ ਫਾਲਸ ਪੇਨਸ ਹੈ ਜਾਂ ਟਰੂ ਪੇਨਸ ਹੈ? ਫਾਲਸ ਪੇਨਸ ਜਿਹੜੀਆਂ ਹੈ ਉਹ ਅਸੀਂ ਕਹਿੰਦੇ ਹਾਂ ਬ੍ਰੈਕਸਟਨ ਹਿਕਸ ਕੰਟਰੈਕਸ਼ਨਸ ਹੈ। ਉਹਦੇ ਵਿੱਚ ਯੂਟਰਸ ਦੀ ਆਪਣੀ ਇੱਕ ਐਕਟੀਵਿਟੀ ਹੈ ਜਿਹੜੀ ਯੂਟਰਸ 8ਵੇਂ ਮਹੀਨੇ ਤੋਂ ਸ਼ੁਰੂ ਕਰ ਦਿੰਦਾ ਹੈ। ਉਹ ਕੱਚੀਆਂ ਦਰਦਾਂ ਥੋੜੀ ਦੇਰ ਬਾਅਦ ਕੁਝ ਸਮੇਂ ਲਈ ਹੁੰਦੀਆਂ ਔਰ ਉਸ ਤੋਂ ਬਾਅਦ ਖਤਮ ਹੋ ਜਾਂਦੀਆਂ। ਸੋ ਦੋਜ਼ ਆਰ ਫਾਲਸ ਪੇਨਸ। ਪਰ ਜਦੋਂ ਟਰੂ ਪੇਨਸ ਹੋਣਗੀਆਂ ਉਸ ਟਾਈਮ ਤੇ ਪੇਨ ਸੀਰੀਅਲੀ ਵੱਧਦੀ ਜਾਏਗੀ, ਇੰਟੈਂਸਿਟੀ ਵੀ ਇਨਕਰੀਜ਼ ਹੁੰਦੀ ਜਾਏਗੀ ਔਰ ਫ੍ਰੀਕੁਐਂਸੀ ਵੀ, ਔਰ ਲਾਸਟ ਵੀ ਜ਼ਿਆਦਾ ਦੇਰ ਲਈ ਕਰੇਗੀ। ਜਿਵੇਂ ਪਹਿਲਾਂ 15 ਸੈਕਿੰਡ ਲਈ ਹੈ, ਬਟ ਜਦੋਂ ਟਰੂ ਪੇਨਸ ਐਡਵਾਂਸ ਹੋਣਗੀਆਂ ਉਹ 45 ਸੈਕਿੰਡ ਪੇਨਸ ਰਹਿਣਗੀਆਂ। ਠੀਕ ਹੈ। ਸੋ ਮਦਰਸ ਅਕਸਰ ਕਹਿੰਦੀਆਂ ਕਿ ਮੈਮ ਪੇਟ ਇੱਕਦਮ ਹਾਰਡ ਹੋ ਗਿਆ, ਟਾਈਟ ਹੋ ਗਿਆ, ਇਹਦਾ ਮਤਲਬ ਹੈ ਕਿ ਉਹ ਕੰਟਰੈਕਸ਼ਨ ਹੈ। ਅਗਰ ਉਹ ਕੰਟਰੈਕਸ਼ਨ ਰੈਗੂਲਰ ਆ ਰਹੀ ਹੈ ਹਰ 20 ਮਿੰਟ ਬਾਅਦ, 15 ਮਿੰਟ ਬਾਅਦ, ਤਾਂ ਤੁਸੀਂ ਡੈਫੀਨੇਟਲੀ ਹਸਪੀਟਲ ਜਾਣ ਦੀ ਤਿਆਰੀ ਕਰੋਗੇ। ਤਾਂ ਉਹ ਟਰੂ ਪੇਨਸ ਨੇ। ਟਰੂ ਪੇਨਸ ਨੇ। ਔਰ ਉਸ ਪੇਨਸ ਦੇ ਨਾਲ ਅਗਰ ਤੁਹਾਨੂੰ ਥੋੜਾ ਜਿਹਾ ਪ੍ਰੈਸ਼ਰ ਹੋ ਰਿਹਾ ਹੈ, ਥਾਈਜ਼ ਵਿੱਚ ਪੇਨ ਹੋ ਰਹੀ ਹੈ, ਜਾਂ ਕੋਈ ਜੈਲੀ ਵਾਂਗੂ ਡਿਸਚਾਰਜ ਹੋ ਰਿਹਾ ਹੈ ਜਿਹਨੂੰ ਅਸੀਂ ਸ਼ੋ ਕਹਿੰਦੇ ਆ, ਸੋ ਥੀਸ ਆਰ ਦ ਸਾਈਨਸ ਕਿ ਤੁਸੀਂ अर्ਲੀ ਲੇਬਰ ਵੱਲ ਜਾ ਰਹੇ ਹੋ ਔਰ ਤੁਹਾਨੂੰ ਹਸਪੀਟਲ ਜਾਣਾ ਚਾਹੀਦਾ। ਜੀ ਡਾਕਟਰ ਸਾਹਿਬ। ਸੋ ਇਹ ਪੇਨਸ ਡਾਕਟਰ ਸਾਹਿਬ ਕਿੰਨਾ ਟਾਈਮ ਹੁੰਦੀਆਂ ਨੇ? ਲਾਈਕ ਕਈ ਤਾਂ ਕਹਿੰਦੇ ਨੇ ਕਿ 24 ਘੰਟੇ ਤਾਂ ਹਰ ਕਿਸੇ ਨੂੰ ਪੇਨ ਹੁੰਦੀ ਹੈ। ਦੇਖੋ ਪ੍ਰਾਇਮਰੀ ਪੇਸ਼ੈਂਟ ਵਿੱਚ ਡਿਊਰੇਸ਼ਨ ਆਫ ਲੇਬਰ ਹਮੇਸ਼ਾ ਲੰਬੀ ਹੁੰਦੀ ਹੈ, ਉੱਥੇ ਪੇਨ 18 ਤੋਂ ਲੈ ਕੇ 24 ਘੰਟੇ ਚੱਲ ਸਕਦੀ ਹੈ। ਪਰ ਜਿਹੜੇ ਮਦਰਸ ਦਾ ਸੈਕੰਡ ਜਾਂ ਥਰਡ ਡਿਲੀਵਰੀ ਹੈ ਉਹਨਾਂ 'ਚ 6 ਤੋਂ ਲੈ ਕੇ 8 ਘੰਟੇ 'ਚ ਆਰਾਮ ਨਾਲ ਡਿਲੀਵਰੀ ਹੋ ਜਾਂਦੀ, ਕਈ ਵਾਰ ਉਸ ਤੋਂ ਵੀ ਜਲਦੀ। ਜੀ। ਸੋ ਸੈਕੰਡ ਟਾਈਮ ਲੇਬਰ ਦੀ ਡਿਊਰੇਸ਼ਨ ਸ਼ਾਰਟਰ ਹੈ, ਤਾਂ ਉਹਨਾਂ ਨੂੰ ਛੇਤੀ ਜਾਣਾ ਚਾਹੀਦਾ ਹੈ। ਜੀ। ਸੋ ਡਾਕਟਰ ਸਾਹਿਬ ਜੇ ਇਨ ਕੇਸ ਕਈਆਂ ਨੂੰ ਨਹੀਂ ਪਤਾ ਲੱਗਦਾ, ਮੰਨ ਲਓ ਪੇਨਸ ਹੋ ਰਹੀਆਂ ਨੇ, ਟਾਈਮ ਤੇ ਤੁਸੀਂ ਹਸਪੀਟਲ ਨਹੀਂ ਜਾ ਪਾਏ, ਤਾਂ ਕੀ ਕੁਝ ਰਿਸਕ ਫੈਕਟਰਸ ਹੁੰਦੇ ਨੇ? ਦੇਖੋ ਸਭ ਤੋਂ ਵੱਡਾ ਰਿਸਕ ਤਾਂ ਇਹ ਹੈ ਕਿ ਰਸਤੇ 'ਚ ਡਿਲੀਵਰੀ ਹੋ ਜਾਏ। ਔਰ ਇਹ ਡਾਕਟਰ ਤੋਂ ਬਿਨਾ ਹੋ ਸਕਦੀ ਹੈ? ਹੋਣ ਨੂੰ ਤਾਂ ਹੋ ਹੀ ਜਾਏਗੀ, ਪਰ ਕੰਪਲਿਕੇਸ਼ਨ ਹੋ ਸਕਦੀ ਹੈ ਨਾ। ਕੰਪਲਿਕੇਸ਼ਨ ਦੇ ਤੌਰ ਤੇ ਮਦਰ ਨੂੰ ਐਕਸੈਸਿਵਲੀ ਬਲੀਡਿੰਗ ਹੋ ਸਕਦੀ ਹੈ, ਬੱਚੇ ਦੀ ਆਊਟਕਮ ਕੰਪਰੋਮਾਈਜ਼ ਹੋ ਸਕਦੀ ਹੈ, ਜੇ ਬੱਚੇ ਨੂੰ ਡਾਕਟਰ ਦੀ ਲੋੜ ਹੈ ਔਰ ਬੱਚਾ ਸਾਹ ਨਹੀਂ ਲੈ ਰਿਹਾ, ਉਹ ਸਾਰੀਆਂ ਕੰਪਲਿਕੇਸ਼ਨਸ ਹੈ। ਇਸ ਕਰਕੇ ਇਟ ਇਜ਼ ਆਲਵੇਜ਼ ਸਮਝਦਾਰੀ ਕਿ ਆਪਾਂ ਟਾਈਮ ਸਿਰ ਹਸਪੀਟਲ ਪਹੁੰਚੀਏ, ਲੇਟ ਨਾ ਕਰੀਏ। ਜੀ ਬਿਲਕੁਲ। ਹੁਣ ਤੁਸੀਂ ਕਿਹਾ ਸੀ ਕਿ ਹੋਣ ਨੂੰ ਤਾਂ ਹੋ ਜਾਂਦੀ ਹੈ। ਹੁਣੇ ਹੀ ਮੇਰੇ ਯਾਦ ਆ ਗਈ ਖਬਰ, ਮੈਂ ਅੱਜ ਹੀ ਪੜ੍ਹੀ ਹੈ ਖਬਰ ਕਿ PRTC ਦੀ ਬੱਸ ਸੀ, ਉਹਦੇ ਵਿੱਚ ਇੱਕ ਲੇਡੀ ਨੂੰ ਲੇਬਰ ਪੇਨ ਹੋਈ ਔਰ ਬੱਸ ਦੇ ਵਿੱਚ ਹੀ ਡਿਲੀਵਰੀ ਕਰਵਾਈ ਉਹਨਾਂ ਨੇ। ਸਾਰੇ ਮੇਲ ਜਿਹੜੇ ਸੀਗੇ ਯਾਤਰੀ ਉਹਨਾਂ ਨੂੰ ਬਾਹਰ ਉਤਾਰਤਾ ਤੇ ਉਹ ਡਰਾਈਵਰ ਕੰਡਕਟਰ ਨੂੰ ਸਨਮਾਨਿਤ ਕੀਤਾ ਗਿਆ ਰੋਡਵੇਜ਼ ਦੇ ਵੱਲੋਂ। ਸੋ ਇਦਾਂ ਦੇ ਕੇਸਸ ਵੀ ਆ ਜਾਂਦੇ ਨੇ ਆਪਣੇ। ਦੇਖੋ ਇਸੇ ਕਰਕੇ ਅਗਰ ਅਸੀਂ ਟਰੈਵਲਿੰਗ ਦੀ ਗੱਲ ਕਰਾਂਗੇ ਤਾਂ ਇੰਟਰਨੈਸ਼ਨਲ ਗਾਈਡਲਾਈਨਸ ਕਹਿੰਦੀਆਂ 32 ਹਫ਼ਤੇ ਤੋਂ ਬਾਅਦ ਪ੍ਰੈਗਨੈਂਟ ਮਦਰ ਨੂੰ ਫਲਾਈਟ 'ਚ ਨਹੀਂ ਜਾਣਾ ਚਾਹੀਦਾ ਜੀ। ਔਰ ਅਗਰ ਡੋਮੈਸਟਿਕ ਫਲਾਈਟ ਹੈ ਤਾਂ ਆਪਾਂ 8 ਮਹੀਨੇ ਤੱਕ ਟਰੈਵਲ ਕਰ ਸਕਦੇ ਹਾਂ, ਕਿਉਂਕਿ 9ਵੇਂ ਮਹੀਨੇ 'ਚ ਡਿਲੀਵਰੀ ਦਾ ਰਿਸਕ ਜਿਹੜਾ ਹੈ ਉਹ ਵੱਧ ਜਾਂਦਾ ਹੈ। ਇਸ ਕਰਕੇ ਅਵੋਇਡ ਕਰਨਾ ਚਾਹੀਦਾ। ਸਿਰਫ ਹਾਂ ਬਹੁਤ ਹੀ ਕੋਈ ਜ਼ਰੂਰੀ ਟਰੈਵਲਿੰਗ ਹੈ ਉਹੀ ਕਰੋ, ਅਦਰਵਾਈਜ਼ ਅਵੋਇਡ ਕਰੋ। ਜੀ। ਸੋ ਡਾਕਟਰ ਸਾਹਿਬ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਉਹਦਾ ਇੱਕ ਜਿਹੜਾ weight ਹੈ, ਜਿਹੜਾ ਆਪਾਂ ਕਹਿੰਦੇ ਕਿ ਸਹੀ weight, ਉਹ ਕਿੰਨਾ ਹੋਣਾ ਚਾਹੀਦਾ? ਐਨੀਥਿੰਗ ਬਿਟਵੀਨ 2.5 ਕਿਲੋ ਤੋਂ ਲੈ ਕੇ 4 ਕਿਲੋ ਤੱਕ ਜਿਹੜਾ weight ਹੈ ਉਹ ਨੋਰਮਲ ਹੈ ਜੀ। ਸੋ ਕਈ ਮਦਰਸ ਦੇ 2.5 ਕਿਲੋ ਦਾ ਬੇਬੀ ਵੀ ਨੋਰਮਲ ਹੈ ਔਰ ਕਿਸੇ ਦਾ 4.25 ਕਿਲੋ ਦਾ ਵੀ ਨੋਰਮਲ ਹੈ। ਸੋ ਉਨੀ ਰੇਂਜ ਵਿੱਚ ਜੇ ਬੇਬੀ ਦਾ weight ਹੋਏ ਤਾਂ ਉਹਨੂੰ ਇੰਡੀਅਨ ਸਟੈਂਡਰਡਸ ਦੇ ਹਿਸਾਬ ਨਾਲ ਨੋਰਮਲ ਮੰਨਿਆ ਜਾਂਦਾ ਜੀ। ਸੋ ਡਾਕਟਰ ਸਾਹਿਬ ਇੱਕ ਜ਼ਰੂਰੀ ਚੀਜ਼ ਡਾਈਟ ਤੇ ਆਪਾਂ ਗੱਲ ਕਰਨੀ ਰਹਿ ਗਈ ਕਿ ਥਰਡ ਟ੍ਰਾਈਮੈਸਟਰ ਦੇ ਵਿੱਚ ਡਾਈਟ ਕੁਝ ਚੇਂਜ ਕਰਨੀ ਚਾਹੀਦੀ ਹੈ, ਕੁਝ ਕੀ ਤੁਸੀਂ ਰეკਮੈਂਡ ਕਰਦੇ ਹੋ? ਦੇਖੋ ਡਾਈਟ ਬੇਸਿਕਲੀ ਹਾਈ ਪ੍ਰੋਟੀਨ ਹੋਣੀ ਚਾਹੀਦੀ ਹੈ। ਉਹਦੇ 'ਚ ਮਦਰ ਨੂੰ ਆਪਾਂ ਦੁੱਧ, ਦਹੀਂ, ਪਨੀਰ ਜਾਂ ਫਿਰ ਅਗਰ ਨੌਨ ਵੇਜ ਖਾਂਦੇ ਆ ਤਾਂ ਐਗਸ ਖਾ ਸਕਦੇ ਹਾਂ, ਚਿਕਨ ਖਾ ਸਕਦੇ ਹਾਂ। ਇਹ ਜ਼ਰੂਰੀ ਨਹੀਂ ਹੈ ਕਿ ਜਿਹੜੀ ਵੈਜੀਟੇਰੀਅਨ ਮਦਰਸ ਹੈ
ਉਹ ਵੀ ਖਾਣ, ਉਹਨਾਂ ਨੂੰ ਖਾਣਾ ਕੋਈ ਜ਼ਰੂਰੀ ਨਹੀਂ ਹੈ, ਬਟ ਅਦਰਵਾਈਜ਼ ਜਿਹੜੀ ਵੀ ਤੁਸੀਂ ਡਾਈਟ ਲੈ ਰਹੇ ਹੋ ਉਹ ਪ੍ਰੋਟੀਨ ਰਿਚ ਹੋਣੀ ਚਾਹੀਦੀ ਹੈ। ਔਰ ਅਕਸਰ ਇੱਕ ਧਾਰਨਾ ਸਪੈਸ਼ਲੀ ਨਾਰਥ ਇੰਡੀਆ 'ਚ ਬਹੁਤ ਹੈ ਕਿ 9ਵੇਂ ਮਹੀਨੇ 'ਚ ਮਦਰਸ ਨੂੰ ਘਿਓ ਦੇਣਾ ਚਾਹੀਦਾ, ਐਕਸਟਰਾ ਘਿਓ ਦਿੰਦੇ ਆ, ਹੈ ਨਾ, ਹਾਂ, ਦੁੱਧ 'ਚ ਘਿਓ ਪਾ ਕੇ। ਹਾਂ, ਸੋ ਦੇਖੋ ਕੁਝ ਥੋੜਾ ਜਿਹਾ ਸਾਇੰਟਿਫਿਕ ਹੈ, ਕਿਉਂਕਿ ਜਿਹੜਾ ਘਿਓ ਹੈ ਉਹਦੇ ਨਾਲ ਦੇਖਿਆ ਗਿਆ ਹੈ ਕਿ ਉਹ ਲੇਬਰ ਇੰਡਿਊਸ ਕਰਨ 'ਚ ਹੈਲਪ ਕਰਦਾ ਜੀ। ਇਸ ਕਰਕੇ 1 ਚਮਚ ਅੱਧਾ ਚਮਚ ਓਕੇ, ਬਟ ਇਹ ਨਹੀਂ ਕਿ ਵੀ 1 ਕਟੋਰੀ ਦੇ ਰਿਹਾ, ਕਿਉਂਕਿ ਐਕਸਟਰਾ ਜਿਹੜਾ ਘਿਓ ਹੈ ਉਹਦਾ ਕੋਈ ਫਾਇਦਾ ਨਹੀਂ ਹੈ, ਉਹ ਮਦਰ ਦਾ ਐਕਸਟਰਾ weight gain ਕਰਾ ਦਿੰਦਾ ਹੈ, ਦੂਸਰਾ ਬੀਪੀ ਵਧਣ ਦਾ ਰਿਸਕ ਹੁੰਦਾ ਹੈ। ਸੋ ਇਸ ਕਰਕੇ ਜਿਹੜੀ ਡਾਈਟ ਹੈ ਉਹ ਬਲੱਡ ਪ੍ਰੈਸ਼ਰ, ਸ਼ੂਗਰ, ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਦੇਣੀ ਚਾਹੀਦੀ ਹੈ। ਇੱਥੋਂ ਇੱਕ ਚੀਜ਼ ਯਾਦ ਆਈ ਜਿਹੜੀ ਆਪਾਂ ਮਿਸ ਕੀਤੀ ਹੈ ਕਿ 7ਵੇਂ ਮਹੀਨੇ 'ਚ ਸ਼ੁਰੂ 'ਚ ਹੀ ਅਸੀਂ ਮਦਰਸ ਦੀ ਸ਼ੂਗਰ ਚੈੱਕ ਕਰਨੇ ਆ, ਜਿਹਨੂੰ ਸ਼ੂਗਰ ਟੋਲਰੈਂਸ ਕਿਹਾ ਜਾਂਦਾ ਹੈ, GTT। ਉਹਦੇ 'ਚ ਅਸੀਂ 75 ਗ੍ਰਾਮ ਗਲੂਕੋਜ਼ ਦੇ ਕੇ ਦੇਖਦੇ ਹਾਂ ਕਿ ਮਦਰਸ ਨੂੰ ਪ੍ਰੈਗਨੈਂਸੀ ਕਰਕੇ ਡਾਇਬੀਟੀਜ਼ ਤਾਂ ਨਹੀਂ ਹੋ ਰਹੀ। ਸੋ ਇਹ ਵਾਲਾ ਟੈਸਟ ਜਿਹੜਾ ਇਹ ਉਹ ਮਦਰਸ ਆਈਡੈਂਟੀਫਾਈ ਕਰਨ 'ਚ ਹੈਲਪ ਕਰਦਾ ਜਿਨ੍ਹਾਂ ਨੂੰ ਸ਼ੂਗਰ ਪ੍ਰੈਗਨੈਂਸੀ ਦੀ ਵਜ੍ਹਾ ਨਾਲ ਹੈ, ਤੇ ਉਹਨਾਂ ਮਿੱਠਾ ਉਹਨਾਂ ਲਈ ਰਿਸਟ੍ਰਿਕਟਡ ਹੁੰਦਾ ਹੈ। ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧ ਰਿਹਾ ਉਹਨਾਂ ਲਈ ਨਮਕ ਨਹੀਂ ਖਾਣਾ, ਜਿਨ੍ਹਾਂ ਨੂੰ ਸ਼ੂਗਰ ਹੋ ਰਹੀ ਉਹਨਾਂ ਲਈ ਮਿੱਠਾ ਬੰਦ ਹੈ। ਬਾਕੀ ਮਦਰਸ ਆਪਣੀ ਬੈਲੈਂਸ ਡਾਈਟ ਲੈ ਸਕਦੇ ਆ, ਐਕਸਟਰਾ ਡੈਫੀਨੇਟਲੀ ਚਾਹੀਦਾ, ਕਿਉਂਕਿ ਇਹ ਉਹ ਟਾਈਮ ਹੈ ਜਿੱਥੇ ਬੱਚਾ ਬਹੁਤ ਰੈਪਿਡਲੀ weight gain ਕਰਦਾ ਜੀ। ਦੇਖੋ 6th ਮੰਥ ਤੇ ਐਂਡ ਤੱਕ ਆਪਾਂ ਕਿਹਾ ਸੀ 800-900 ਗ੍ਰਾਮ ਦਾ ਬੇਬੀ ਹੈ, ਹੁਣ ਜਦੋਂ ਪੈਦਾ ਹੋਏਗਾ ਘੱਟੋ ਘੱਟ 3 kg ਦਾ ਪੈਦਾ ਹੋਏਗਾ। ਸੋ ਇਹਦਾ ਮਤਲਬ ਹੈ 3rd ਟ੍ਰਾਈਮੈਸਟਰ 'ਚ ਬੱਚਾ ਆਪਣਾ weight 3 ਟਾਈਮਸ ਇਨਕਰੀਜ਼ ਕਰ ਰਿਹਾ। ਸੋ ਉਸੇ ਹਿਸਾਬ ਨਾਲ ਮਦਰ ਨੂੰ 3rd ਟ੍ਰਾਈਮੈਸਟਰ ਦੀ ਡਾਈਟ ਬਹੁਤ ਇੰਪੋਰਟੈਂਟ ਹੈ। ਅਗਰ ਮਦਰ weight gain ਨਹੀਂ ਕਰੇਗੀ ਤੇ ਬੱਚੇ ਦੇ ਕਮਜ਼ੋਰ ਹੋਣ ਦਾ ਰਿਸਕ ਰਹੇਗਾ। ਜੀ ਡਾਕਟਰ ਸਾਹਿਬ, ਤਾਂ ਤੁਸੀਂ ਘਿਓ ਦੀ ਗੱਲ ਕਰ ਰਹੇ ਸੀ, ਘਿਓ ਤੇ ਮੈਂ ਸਵਾਲ ਪੁੱਛਣਾ ਚਾਹੁੰਦੀ ਸੀ ਕਿ ਕਿਸ ਫਾਰਮ ਦੇ ਵਿੱਚ ਲੈਣਾ ਚਾਹੀਦਾ? ਜ਼ਿਆਦਾਤਰ ਰਿਕਮੈਂਡ ਕਰਦੇ ਨੇ ਕਿ ਦੁੱਧ ਦੇ ਵਿੱਚ ਘਿਓ ਪਾ के पीना चाहिए। वो अपना पर्सनल टेस्ट है, चाहे दाल सब्जी से ऐड कर लो, चाहे आप रोटी पे लगा के ले लो, चाहे वैसे खा लो, चाहे आप दूध में ले लो, मतलब अप टू यू। बट ये है कि हाँ बहुत ज़्यादा नहीं, एक्सेस ऑफ एवरीथिंग इज बैड, सिर्फ थोड़ा 1-2 चम्मच अलाउड है, नॉट ज़्यादा। जी डॉक्टर साहब, तो एक ਜਿਹੜਾ ਤੁਸੀਂ ਸੈਕੰਡ ਟ੍ਰਾਈਮੈਸਟਰ ਚ ਦੱਸਿਆ ਸੀ ਕਿ ਆਇਰਨ, ਕੈਲਸ਼ੀਅਮ ਤੇ ਵਿਟਾਮਿਨ ਡੀ ਇਹ ਕੰਟੀਨਿਊ 3rd ਚ ਵੀ ਚੱਲੇਗਾ, ਇਹ ਡਿਲੀਵਰੀ ਤੋਂ ਬਾਅਦ ਵੀ ਚੱਲਦਾ ਹੀ ਰਹਿੰਦਾ। ਜੀ ਡਾਕਟਰ ਸਾਹਿਬ, ਸੋ ਡਾਕਟਰ ਸਾਹਿਬ ਮੈਨੂੰ ਲੱਗਦਾ ਕਿ ਸਾਰੇ ਸਵਾਲ ਹੋ ਗਏ ਨੇ ਕੰਪਲੀਟ, ਤੇ ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਨਾਰਮਲ ਡਿਲੀਵਰੀ ਜਾਂ ਫਿਰ ਸਿਜੇਰੀਅਨ। ਇਹ ਅਸੀਂ ਅਗਲੇ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਕਿ ਕਿਹੜੀ ਡਿਲੀਵਰੀ ਬੈਟਰ ਹੈ ਤੇ ਅੱਜ ਕੱਲ ਕੌਣ ਕਿਹੜੀ ਡਿਲੀਵਰੀ ਨੂੰ ਪ੍ਰੈਫਰ ਕਰ ਰਿਹਾ। ਬਹੁਤ ਸਾਰੇ ਸਵਾਲ ਨੇ, ਜੇ ਤੁਹਾਡੇ ਵੀ ਸਵਾਲ ਨੇ ਇਸ ਚੀਜ਼ ਨੂੰ ਲੈ ਕੇ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਲਿਖ ਕੇ ਦੇ ਸਕਦੇ ਹੋ, ਤੇ ਅਸੀਂ ਅਗਲੀ ਵਾਰੀ ਡਾਕਟਰ ਸਾਹਿਬ ਦੇ ਨਾਲ ਗੱਲ ਕਰਾਂਗੇ। ਸੋ ਡਾਕਟਰ ਸੀਮਾ ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਕੱਢਣ ਦੇ ਲਈ, ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸਤਿ ਸ੍ਰੀ ਅਕਾਲ।